ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਗੁਰੂ ਦਾ ਸਾਜਿਆ ਹੋਇਆ ਹੈ। ਖਾਲਸਾ ਗੁਰੂ ਦੀ ਫੌਜ ਹੈ। ਖਾਲਸੇ ਦੀ ਜਿੱਤ ਗੁਰੂ ਦੀ ਹੀ ਜਿੱਤ ਹੁੰਦੀ ਹੈ। ਗੁਰੂ ਨੂੰ ਵਾਹ ਭਾਵ ਗੁਰੂ ਨੂੰ ਧੰਨ ਕਿਹਾ ਗਿਆ। ਗੁਰਬਾਣੀ ਨਾਲ ਪ੍ਰੇਮ ਕਰਨ ਵਾਲਿਓ, ਗੁਰਬਾਣੀ ਦੇ ਪੰਕਤੀਵਾਰ ਸੈਂਟੈਂਸ ਟੂ ਸੈਂਟੈਂਸ ਅਰਥ ਕਰਨ ਦਾ ਉਪਰਾਲਾ ਗੁਰੂ ਜੀ ਦੀ ਪ੍ਰੇਰਨਾ ਦੁਆਰਾ ਆਰੰਭ ਕਰਨ ਦਾ ਯਤਨ ਹੈ। ਤਾਂ ਜੋ ਪਾਠ ਕਰਦਿਆਂ ਘੱਟੋ ਘੱਟ ਸੰਖੇਪ ਅਰਥ ਪੰਕਤੀਆਂ ਦੇ ਪਤਾ ਲੱਗ ਸਕਣ। ਕੋਸ਼ਿਸ਼ ਰਹੇਗੀ ਕਿ ਗੁਰਬਾਣੀ ਦਾ ਉਚਾਰਨ ਵੀ ਵੱਧ ਤੋਂ ਵੱਧ ਸ਼ੁੱਧ ਹੋਵੇ। ਸ਼ੁੱਧ ਉਚਾਰਨ ਵਾਸਤੇ ਜੋ ਅਧਿਐਨ ਕੀਤਾ ਗਿਆ, ਜੋ ਸਟੱਡੀ ਕੀਤੀ ਹੈ, ਗੁਰਬਾਣੀ ਵਿਆਕਰਨ, ਮਹਾਨ ਕੋਸ਼ ਭਾਈ ਕਾਹਨ ਸਿੰਘ ਨਾਭਾ ਦਾ ਲਿਖਿਆ ਹੋਇਆ ਅਤੇ ਗੁਰੂ ਗ੍ਰੰਥ ਸਾਹਿਬ ਦਰਪਣ ਪ੍ਰੋਫੈਸਰ ਸਾਹਿਬ ਸਿੰਘ ਵੱਲੋਂ ਕੀਤਾ ਗਿਆ ਗੁਰਬਾਣੀ ਦਾ ਟੀਕਾ, ਇਸੇ ਤਰ੍ਹਾਂ ਹੀ ਗੁਰੂ ਗ੍ਰੰਥ ਸਾਹਿਬ ਬੋਧ ਭਾਗ ਦੂਜਾ, ਜਿਸ ਦਾ ਨਾਮ ਗੁਰਬਾਣੀ ਉਚਾਰਨ ਹੈ, ਛੋਟੀ ਜਿਹੀ ਪੁਸਤਕ ਹੈ ਜਿਸ ਨੂੰ ਭਾਈ ਜੋਗਿੰਦਰ ਸਿੰਘ ਤਲਵਾੜਾ ਨੇ ਲਿਖਿਆ। ਤੋ ਇਸ ਤਰ੍ਹਾਂ ਵੱਖ-ਵੱਖ ਸਿੱਖ ਵਿਦਵਾਨਾਂ ਦੀ ਖੋਜ ਨੂੰ ਪੜ੍ਹ ਕੇ ਜੋ ਕੁਝ ਜਾਣਕਾਰੀ ਪ੍ਰਾਪਤ ਹੋਈ ਹੈ, ਉਸ ਅਨੁਸਾਰ ਯਤਨ ਹੋਵੇਗਾ ਕਿ ਗੁਰਬਾਣੀ ਦੇ ਸ਼ਬਦਾਂ ਦਾ ਪਾਠ ਉਚਾਰਨ ਵੱਧ ਤੋਂ ਵੱਧ ਸ਼ੁੱਧ ਹੋ ਸਕੇ। ਗੁਰਬਾਣੀ ਵਿੱਚ ਬਹੁਤ ਸਾਰੀਆਂ ਭਾਸ਼ਾਵਾਂ ਦੇ ਸ਼ਬਦ ਹਨ ਜਿਨ੍ਹਾਂ ਨੂੰ ਗੁਰਮੁਖੀ ਲਿਪੀ ਵਿੱਚ ਹੀ ਲਿਖਿਆ ਗਿਆ ਹੈ। ਬਹੁਤ ਸਾਰੇ ਸ਼ਬਦ ਐਸੇ ਵੀ ਹਨ ਜਿਨ੍ਹਾਂ ਵਿੱਚ ਸੰਸਕ੍ਰਿਤ ਭਾਰੂ ਹੈ, ਜਿਨ੍ਹਾਂ ਵਿੱਚ ਅਰਬੀ ਫਾਰਸੀ ਦੇ ਸ਼ਬਦ ਜਿਹੜੇ ਜ਼ਿਆਦਾ ਹਨ। ਤੋ ਅਜਿਹੇ ਸ਼ਬਦਾਂ ਦਾ ਉਚਾਰਨ ਜਿਹੜੇ ਅਰਬੀ ਫਾਰਸੀ ਸੰਸਕ੍ਰਿਤ ਆਦਿਕ ਵਿੱਚੋਂ ਆਏ ਹਨ, ਕੋਸ਼ਿਸ਼ ਹੋਵੇਗੀ ਉਹਨਾਂ ਸ਼ਬਦਾਂ ਦਾ ਉਚਾਰਨ ਸੰਬੰਧਿਤ ਭਾਸ਼ਾ ਅਨੁਸਾਰ ਹੋ ਸਕੇ। ਜਿੱਥੇ ਜਿੱਥੇ ਵਿਸ਼ਰਾਮ ਦੀ ਲੋੜ ਹੈ ਉੱਥੇ ਵਿਸ਼ਰਾਮ ਹੋ ਸਕੇ, ਭਾਵ ਪੰਕਤੀ ਦਾ ਪਾਠ ਕਰਦਿਆਂ ਜਿੱਥੇ ਲੋੜ ਹੈ ਵਿਸ਼ਰਾਮ ਦੀ, ਕੌਮੇ ਦੀ, ਉੱਥੇ ਉਸ ਤਰ੍ਹਾਂ ਉਚਾਰਨ ਹੋ ਸਕੇ। ਤੋ ਇਸ ਤਰ੍ਹਾਂ ਕੋਸ਼ਿਸ਼ ਹੈ ਕਿ ਵੱਧ ਤੋਂ ਵੱਧ ਜਿਹੜਾ ਉਚਾਰਨ ਹੈ ਸ਼ਬਦਾਂ ਦਾ ਉਹ ਸ਼ੁੱਧ ਹੋ ਸਕੇ। ਸੰਖੇਪ ਅਰਥ ਹੀ ਕੀਤੇ ਜਾਣਗੇ, ਕੋਈ ਸਾਖੀਆਂ ਵਿੱਚ ਨਹੀਂ ਹੋਣਗੀਆਂ। ਸੋ ਐਟ ਰੈਂਡਮ ਸੰਖੇਪ ਅਰਥ ਹੋਣਗੇ, ਸੈਂਟੈਂਸ ਟੂ ਸੈਂਟੈਂਸ, ਤਾਂ ਜੋ ਆਮ ਜੋ ਪਾਠਕ ਹੈ ਉਸ ਨੂੰ ਥੋੜ੍ਹਾ ਬਹੁਤਾ ਗਿਆਨ ਹੋ ਸਕੇ ਕਿ ਜੋ ਪੜ੍ਹ ਰਿਹਾ ਹੈ
ਉਸ ਦਾ ਸੰਖੇਪ ਭਾਵ ਕੀ ਹੈ। ਤੋ ਸ਼ੁਰੂ ਕਰਦੇ ਹਾਂ। ਬਾਣੀ, ਪਹਿਲੀ ਬਾਣੀ ਜਿਹੜੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ ਉਹਦਾ ਨਾਂ ਹੈ ਜਪ। ਉਸ ਤੋਂ ਪਹਿਲਾਂ ਜੋ ਲਿਖਿਆ ਗਿਆ ਹੈ ਉਸ ਇਬਾਰਤ ਦਾ ਨਾਮ ਮੰਗਲਾਚਰਨ ਹੈ। ਕਈ ਵੀਰ ਭੁਲੇਖੇ ਨਾਲ ਇਸ ਨੂੰ ਮੂਲ ਮੰਤਰ ਵੀ ਆਖਦੇ ਹਨ, ਪਰ ਇਹ ਮੂਲ ਮੰਤਰ ਨਹੀਂ, ਇਹ ਮੰਗਲਾਚਰਨ ਹੈ। ਇਹ ਇਕੱਲਾ ਇੱਥੇ ਨਹੀਂ ਹੈ, ਇਹ ਸਾਰੀ ਗੁਰਬਾਣੀ ਵਿੱਚ 33 ਵਾਰ ਇਸ ਤਰ੍ਹਾਂ ਪੂਰਨ ਰੂਪ ਵਿੱਚ ਆ ਚੁੱਕਾ ਹੈ ਮੰਗਲਾਚਰਨ ਵਜੋਂ। ਤੋ ਮੰਗਲਾਚਰਨ ਹੁੰਦਾ ਕਿਸੇ ਵੀ ਕਾਰਜ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਆਪਣੇ ਇਸ਼ਟ ਪ੍ਰਤੀ ਸਿਫਤ ਸਲਾਹ ਕਰਨੀ, ਆਪਣੇ ਇਸ਼ਟ ਦੀ ਉਸਤਤੀ ਕਰਨੀ। ਤੋ ਇਹ ਮੰਗਲਾਚਰਨ ਸੰਖੇਪ ਰੂਪ ਵਿੱਚ ਵੀ ਹੈ ਤੇ ਇੱਥੇ ਸੰਪੂਰਨ ਰੂਪ ਵਿੱਚ ਹੈ। ਜਪਜੀ ਦਾ ਇਹ ਭਾਗ ਨਹੀਂ ਹੈ ਜਿਵੇਂ ਬਾਕੀ ਰਚਨਾਵਾਂ, ਉਹਨਾਂ ਦੇ ਨਾਲ ਵੀ ਇਹ ਮੰਗਲਾਚਰਨ ਹੈ। ਮੰਗਲਾਚਰਨ ਬਾਣੀ ਦਾ ਭਾਗ ਨਹੀਂ ਹੁੰਦਾ। ਮੰਗਲਾਚਰਨ ਬਾਣੀ ਤੋਂ ਪਹਿਲਾਂ ਕੀਤੀ ਗਈ ਆਪਣੇ ਇਸ਼ਟ ਦੀ ਸਿਫਤ ਹੁੰਦੀ ਹੈ, ਬਾਣੀ ਵੱਖਰੀ ਹੁੰਦੀ ਹੈ। ਸੋ ਇਹ ਮੰਗਲਾਚਰਨ ਹੈ। ਇੱਕ ਓੰਕਾਰ, ਰੱਬ ਕੋਈ ਦੇਵੀ ਜਾਂ ਕੋਈ ਦੇਵਤਾ ਨਹੀਂ ਹੈ। ਕਿਸੇ ਦੇਵੀ ਦੇਵਤੇ ਨੂੰ ਰੱਬ ਨਹੀਂ ਕਿਹਾ ਜਾ ਸਕਦਾ। ਬਹੁਤ ਸਾਰੇ ਦੇਵਤੇ ਹਨ, ਬਹੁਤ ਸਾਰੀਆਂ ਦੇਵੀਆਂ ਹਨ, ਤੇ ਗੁਰੂ ਜੀ ਨੇ ਕਿਹਾ ਹੈ ਰੱਬ ਇੱਕ ਹੈ। ਓੰਕਾਰ ਉਹ ਐਸਾ ਹੈ ਜਿਹੜਾ ਸ੍ਰਿਸ਼ਟੀ ਵਿੱਚ ਇੱਕ ਰਸ ਕਾਇਮ ਹੈ। ਇੱਕ ਰਸ ਤੋਂ ਭਾਵ ਹੈ ਕੌਂਸਟੈਂਟਲੀ ਪ੍ਰੈਜ਼ੈਂਟ ਇਨ ਦਾ ਵਰਲਡ ਹੈ। ਉਹ ਰੱਬ ਹੈ, ਇੱਕ ਹੈ। ਸੱਤ, ਜਿਸ ਦਾ ਨਾਮ ਜਿਹੜਾ ਹੈ ਉਹ ਸੱਚ ਤੇ ਆਧਾਰਿਤ ਹੈ, ਉਹ ਸੱਚ ਹੀ ਹੈ। ਸੱਚ ਉਹ ਹੈ ਜਿਸ ਦੀ ਹੋਂਦ ਹੁੰਦੀ ਹੈ। ਨਾਮ ਉਸ ਦਾ ਨਾਮ ਹੈ, ਉਹ ਨਾਮਣੇ ਵਾਲਾ ਹੈ। ਜਿਸ ਦੀ ਹੋਂਦ ਹੈ ਉਸ ਦਾ ਕੋਈ ਨਾ ਕੋਈ ਨਾਮ ਹੈ। ਉਸ ਦੀ ਹੋਂਦ ਨੂੰ ਪ੍ਰਗਟ ਕਰਨ ਵਾਲਾ, ਭਾਵੇਂ ਰੱਬ ਦਾ ਕੋਈ ਵਿਸ਼ੇਸ਼ ਨਾਮ ਨਹੀਂ, ਫਿਰ ਵੀ ਉਸ ਦੇ ਬਹੁਤ ਸਾਰੇ ਸਿਫਾਤੀ ਨਾਮ ਰੱਖੇ ਹੋਏ ਹਨ। ਕਰਤਾ ਸਾਰੀ ਦੁਨੀਆ ਨੂੰ ਪੈਦਾ ਕਰਨ ਵਾਲਾ ਹੈ। ਪੁਰਖ, ਪੁਰਖ ਉਹ ਸਾਰਿਆਂ ਵਿੱਚ ਲੇਟਿਆ ਹੋਇਆ ਹੈ, ਉਹ ਸਾਰਿਆਂ ਵਿੱਚ ਰਮਿਆ ਹੋਇਆ ਹੈ। ਉਸ ਦੀ ਜੋਤ ਸਾਰਿਆਂ ਵਿੱਚ ਹਾਜ਼ਰ ਹੈ। ਨਿਰਭਉ ਉਸ ਦੇ ਜਿਹੜੇ ਕਾਨੂੰਨ ਹਨ ਉਹ ਕਦੀ ਰੱਦ ਨਹੀਂ ਹੁੰਦੇ। ਇਸ ਕਰਕੇ ਰੱਬ ਨੂੰ ਨਿਰਭਉ ਕਿਹਾ ਗਿਆ ਹੈ, ਬਿਨਾਂ ਕਿਸੇ ਡਰ ਤੋਂ। ਨਿਰਵੈਰ ਕਿਸੇ ਵਿਸ਼ੇਸ਼ ਵਿਅਕਤੀ ਨਾਲ ਉਸਦਾ ਵੈਰ ਨਹੀਂ ਹੈ। ਉਸਦੇ ਕਾਨੂੰਨ ਸਾਰਿਆਂ ਉੱਤੇ ਲਾਗੂ ਹੁੰਦੇ ਹਨ, ਕਿਸੇ ਨਾਲ ਕੋਈ ਵੈਰ ਨਹੀਂ ਹੈ। ਅਕਾਲ ਮੂਰਤੀ ਉਹ ਮੂਰਤੀ ਐਸੀ ਹੈ, ਉਹ ਸਰੂਪ ਐਸਾ ਹੈ ਜਿਹੜਾ ਅਕਾਲ ਹੈ। ਅਕਾਲ ਤੋਂ ਭਾਵ ਹੈ ਜਿਸ ਤੇ ਕਾਲ ਦਾ ਕੋਈ ਅਸਰ ਨਾ ਹੋਵੇ, ਜਿਸ ਨੂੰ ਮੌਤ ਨਾ ਮਾਰ ਸਕੇ। ਉਸ ਤੇ ਜੋ ਕਾਨੂੰਨ ਬਣੇ ਹੋਏ ਹਨ ਐਸੇ ਪੱਕੇ ਹਨ ਕਿ ਉਹਨਾਂ ਨੂੰ ਰੱਦ ਨਹੀਂ ਕੀਤਾ ਜਾ ਸਕਦਾ। ਉਹ ਕਦੀ ਖਤਮ ਨਹੀਂ ਹੋਣ ਵਾਲੇ, ਅਟਲ ਹਨ। ਅਜੂਨੀ ਜੂਨਾਂ ਵਿੱਚ ਨਹੀਂ ਆਉਣ ਵਾਲਾ, ਜੰਮਣ ਮਰਨ ਤੋਂ ਰਹਿਤ ਹੈ, ਕਿਉਂਕਿ ਉਸ ਦੇ ਕਾਨੂੰਨ ਹਨ, ਉਹ ਪੱਕੇ ਹਨ, ਉਹ ਅਟਲ ਹਨ, ਉਹ ਕਦੀ ਮਿਟਦੇ ਨਹੀਂ। ਸੈਭੰ ਆਪਣੇ ਆਪ ਵਿੱਚ ਪ੍ਰਕਾਸ਼ਮਾਨ ਹੈ, ਆਪਣੇ ਆਪ ਹੋਂਦ ਵਿੱਚ ਆਉਣ ਵਾਲਾ ਹੈ, ਉਸ ਨੂੰ ਕਿਸ ਨੇ ਬਣਾਇਆ ਨਹੀਂ। ਗੁਰ ਪ੍ਰਸਾਦ ਗੁਰ ਸ਼ਬਦ ਸੰਬੰਧ ਕਾਰਕ ਹੈ ਗੁਰੂ ਦੀ ਪ੍ਰਸਾਦ ਦੀ ਕਿਰਪਾ ਨਾਲ। ਗੁਰੂ ਦੀ ਕਿਰਪਾ ਨਾਲ ਇਹੋ ਜਿਹਾ ਜਿਹੜਾ ਕਰਤਾ ਪੁਰਖ ਹੈ, ਜੋ ਇੱਕ ਓੰਕਾਰ ਹੈ, ਉਸ ਨਾਲ
ਸਾਂਝ ਬਣਦੀ ਹੈ। ਜਪ ਉਸ ਦਾ ਜਾਪ ਕਰਨ ਵਾਸਤੇ ਸਤਿਗੁਰੂ ਜੀ ਕਹਿੰਦੇ ਹਨ, ਆਦਿ ਸੱਚ ਜੁਗਾਦਿ ਸੱਚ। ਉਹ ਜਿਹੜਾ ਰੱਬ ਹੈ, ਉਹ ਸੰਸਾਰ ਦੇ ਮੁੱਢ ਵਿੱਚ ਵੀ ਉਸ ਦੀ ਹੋਂਦ ਸੀ। ਯੁੱਗ ਬਦਲਦੇ ਗਏ, ਸਮਾਂ ਬਦਲਦਾ ਗਿਆ, ਫਿਰ ਵੀ ਉਹ ਕਾਇਮ ਰਿਹਾ ਹੈ ਵੀ ਸੱਚ। ਉਹ ਹੁਣ ਵੀ ਕਾਇਮ ਹੈ। ਨਾਨਕ ਹੋਸੀ ਵੀ ਸੱਚ। ਇਹ ਨਾਨਕ ਆਖ, ਉਹ ਭਵਿੱਖ ਵਿੱਚ ਆਉਣ ਵਾਲੇ ਸਮੇਂ ਵਿੱਚ ਵੀ ਉਸ ਦੀ ਹੋਂਦ ਬਣੀ ਰਹੇਗੀ। ਸੋਚੈ ਸੋਚ ਨਾ ਹੋਵੇ। ਤੀਰਥਾਂ ਉੱਤੇ ਇਸ਼ਨਾਨ ਕਰਨ ਨਾਲ, ਪਾਣੀ ਨਾਲ ਆਪਣੇ ਆਪ ਨੂੰ ਪਵਿੱਤਰ ਕਰਨ ਨਾਲ ਸੋਚ ਨਾ ਹੋਵੇ, ਮਨ ਦੀ ਪਵਿੱਤਰਤਾ ਨਹੀਂ ਹੁੰਦੀ। ਜੇ ਸੋਚੀ ਲੱਖ ਵਾਰ, ਜੇ ਲੱਖਾਂ ਵਾਰੀ ਵੀ ਕੋਈ ਤੀਰਥਾਂ ਉੱਤੇ ਇਸ਼ਨਾਨ ਕਰ ਲਵੇ। ਚੁੱਪੈ ਚੁੱਪ ਨਾ ਹੋਵੇ। ਮੌਨ ਧਾਰਨ ਕੀਤਿਆਂ ਵੀ ਮਨ ਚੁੱਪ ਨਹੀਂ ਕਰਦਾ। ਜੇ ਲਾਏ ਰਹਾ ਲਿਵਤਾਰ, ਜੇ ਇੱਕ ਟਕ ਸਮਾਧੀ ਲਾ ਕੇ ਵੀ ਬੈਠਾ ਰਹਾ, ਭਾਵ ਜੇ ਕੋਈ ਇੱਕ ਟਕ ਸਮਾਧੀ ਲਾ ਕੇ ਬੈਠਾ ਰਹੇ ਤਾਂ ਫਿਰ ਵੀ ਉਸ ਦਾ ਮਨ ਜਿਹੜਾ ਹੈ ਉਹ ਟਿਕਾਣੇ ਤੇ ਨਹੀਂ ਰਹਿੰਦਾ, ਫਿਰ ਵੀ ਮਨ ਭਟਕਦਾ ਰਹਿੰਦਾ ਹੈ। ਭੁੱਖਿਆਂ ਭੁੱਖ ਨਾ ਉਤਰੀ। ਜਿਹੜਾ ਤ੍ਰਿਸ਼ਨਾ ਦੇ ਅਧੀਨ ਹੈ ਹਰ ਵੇਲੇ, ਉਸ ਦੀ ਤ੍ਰਿਸ਼ਨਾ ਨਹੀਂ ਉਤਰ ਸਕਦੀ। ਜੇ ਬੰਨਾ ਪੁਰੀਆਂ ਭਾਰ, ਭਾਵੇਂ ਸਾਰੇ ਸੰਸਾਰ ਦੇ ਪਦਾਰਥਾਂ ਦੇ ਢੇਰ ਉਸ ਦੇ ਕੋਲ ਰੱਖ ਦਿੱਤੇ ਜਾਣ, ਫਿਰ ਵੀ ਉਹ ਭੁੱਖਾ ਹੀ ਰਹਿੰਦਾ, ਉਸ ਦੀ ਤ੍ਰਿਸ਼ਨਾ ਰੱਜਦੀ ਨਹੀਂ। ਸਹਸ ਸਿਆਣਪਾਂ ਲੱਖ ਹੋਏ। ਹਜ਼ਾਰਾਂ ਹੀ ਚਲਾਕੀਆਂ ਕਿਉਂ ਨਾ ਹੋਣ, ਲੱਖਾਂ ਹੀ ਚਲਾਕੀਆਂ ਕਿਉਂ ਨਾ ਹੋਣ, ਤਾਂ ਇੱਕ ਨਾ ਚੱਲੇ ਨਾਲ। ਜੋ ਰੱਬ ਦੇ ਬਣਾਏ ਗਏ ਅਟਲ ਨਿਯਮ ਹਨ, ਕਾਨੂੰਨ ਹਨ, ਉਹਨਾਂ ਮੂਹਰੇ ਕੋਈ ਵੀ ਸਿਆਣਪ ਨਹੀਂ ਚੱਲਦੀ। ਕਿ ਸਚਿਆਰਾ ਹੋਈ ਹੈ। ਫਿਰ ਰੱਬ ਦੇ ਪ੍ਰਕਾਸ਼ ਹੋਣ ਯੋਗ ਇਸ ਮਨ ਨੂੰ ਕਿਵੇਂ ਬਣਾਇਆ ਜਾਏ। ਕਿ ਕੂੜੈ ਟੁੱਟੈ ਪਾਲ। ਤੇ ਮੋਹ ਮਾਇਆ ਦੀ ਜਿਹੜੀ ਕੰਧ ਹੈ, ਮੋਹ ਮਾਇਆ ਦਾ ਪਰਦਾ ਜਿਹੜਾ ਹੈ, ਇਹ ਕਿਵੇਂ ਪਾਸੇ ਹੋਵੇ ਕਿ ਪ੍ਰਭੂ ਦੀ ਯਾਦ ਅੰਦਰ ਟਿਕ ਸਕੇ। ਹੁਕਮੇ ਰਜ਼ਾਈ ਚੱਲਣਾ, ਨਾਨਕ ਲਿਖਿਆ ਨਾਲ। ਉਸ ਦੀ ਰਜ਼ਾ ਵਿੱਚ ਚੱਲਣਾ, ਉਸ ਦੇ ਬਣਾਏ ਹੋਏ ਕਾਨੂੰਨਾਂ ਅਨੁਸਾਰ, ਬਣਾਏ ਹੋਏ ਨਿਯਮਾਂ ਅਨੁਸਾਰ ਚੱਲਣਾ, ਜਿਹੜਾ ਕਿ ਇਹ ਜੀਵ ਦੇ ਨਾਲ ਹੀ ਲਿਖਿਆ ਗਿਆ ਹੈ। ਇਹ ਇੱਕ ਤਰੀਕਾ ਹੈ ਕਿ ਉਸ ਦੀ ਯਾਦ ਮਨ ਵਿੱਚ ਟਿਕ ਸਕਦੀ ਹੈ। ਹੁਕਮੀ ਹੋ ਬਣਿਆ ਆਕਾਰ। ਹੁਕਮ ਵਿੱਚ ਹੀ ਆਕਾਰ ਸੰਸਾਰ ਦੇ ਵਿੱਚ ਜੀਵ ਜੰਤੂ ਬਣਦੇ ਹਨ। ਹੁਕਮ ਨਾ ਕਹਿਆ ਜਾਈ। ਹੁਕਮ ਕਿਹਾ ਨਹੀਂ ਜਾ ਸਕਦਾ, ਹੁਕਮ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ। ਹੁਕਮੀ ਹੋ ਬਨ ਜੀ। ਸਾਰੇ ਜੀ ਜੰਤ ਉਸ ਦੇ ਹੁਕਮ ਵਿੱਚ ਹੀ ਬਣਦੇ ਹਨ, ਪੈਦਾ ਹੁੰਦੇ ਹਨ। ਹੁਕਮ ਮਿਲੇ ਵਡਿਆਈ। ਤਾਂ ਕਿਸੇ ਨੂੰ ਜੋ ਮਾਣ ਵਡਿਆਈ ਮਿਲਦੀ ਹੈ, ਉਹ ਵੀ ਉਸ ਦੇ ਹੁਕਮ ਵਿੱਚ ਚੱਲਣ ਨਾਲ ਹੀ ਮਿਲਦੀ ਹੈ। ਹੁਕਮੀ ਉੱਤਮ ਨੀਚ। ਚਾਹੇ ਕੋਈ ਉੱਚਾ ਹੈ, ਚਾਹੇ ਕੋਈ ਨੀਵਾਂ ਹੈ, ਆਪਣੇ ਆਪ ਨੂੰ ਸਮਝਦਾ, ਉਹ ਵੀ ਹੁਕਮ ਵਿੱਚ ਹੈ। ਹੁਕਮੀ ਲਿਖ ਦੁੱਖ ਸੁੱਖ ਪਾਈ ਹੈ। ਜਿਹੜੇ ਦੁੱਖ ਤੇ ਸੁੱਖ ਪਾਏ ਜਾਂਦੇ ਹਨ, ਇਹ ਵੀ ਉਸ ਦੇ ਹੁਕਮ ਅਨੁਸਾਰ ਹੀ ਹੁੰਦੇ ਹਨ। ਇੱਕ ਨਾ ਹੁਕਮੇ ਬਖਸ਼ੀਸ਼। ਤੋਂ ਕਈਆਂ ਨੂੰ ਉਸ ਦੇ ਹੁਕਮ ਨਾਲ, ਉਸ ਦੇ ਨਿਯਮਾਂ ਅਨੁਸਾਰ ਜੋ ਉਸਨੇ ਬਣਾਏ ਹਨ, ਕਈਆਂ ਤੇ ਬਖਸ਼ਿਸ਼ ਹੋ ਜਾਂਦੀ ਹੈ। ਇੱਕ ਹੁਕਮੀ ਸਦਾ ਭਵਾਈ ਹੈ। ਤੇ ਉਸ ਦੇ ਬਣਾਏ ਹੋਏ ਨਿਯਮਾਂ ਦਾ ਉਲੰਘਣ ਕਰਨ ਵਾਲੇ ਜਿਹੜੇ ਹਨ, ਉਹ ਜਨਮ ਮਰਨ ਦੇ ਗੇੜ ਵਿੱਚ ਪਾਏ ਜਾਂਦੇ ਹਨ। ਹੁਕਮੈ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਈ। ਜਿਹੜੇ ਉਸ ਰੱਬ ਨੇ ਅਟਲ ਕਾਨੂੰਨ ਬਣਾਏ ਹੋਏ ਹਨ, ਇਹ ਸਾਰਿਆਂ ਉੱਤੇ ਲਾਗੂ ਹੁੰਦੇ ਹਨ। ਤਾਂ ਕੋਈ ਵੀ ਪ੍ਰਾਣੀ ਇਹਨਾਂ ਨਿਯਮਾਂ ਤੋਂ, ਕਾਨੂੰਨਾਂ ਤੋਂ ਬਾਹਰ ਨਹੀਂ ਹੈ। ਨਾਨਕ ਹੁਕਮੈ ਜੇ ਬੁੱਝੈ,
ਜੇ ਉਸ ਦੇ ਨਿਯਮਾਂ ਨੂੰ, ਉਸ ਦੇ ਜੋ ਬਣਾਵੇ ਕਾਨੂੰਨ ਹਨ ਸਮਝ ਲੈ ਜਾਣ, ਤਾਂ ਹਉਮੈ ਕਹਿ ਨ ਕੋਇ, ਤਾਂ ਆਪਣੇ ਆਪ ਨੂੰ ਫਿਰ ਕੋਈ ਹੰਕਾਰ ਨਾਲ ਨਹੀਂ ਤੋਰ ਸਕਦਾ, ਉਹਨਾਂ ਨਿਯਮਾਂ ਦੇ ਅਨੁਸਾਰ ਹੀ ਚੱਲੇਗਾ। ਗਾਵੈ ਕੋ ਤਾਣ ਹੋਵੇ ਕਿਸੈ ਤਾਣ, ਜਿਸ ਵਿੱਚ ਕੋਈ ਤਾਕਤ ਹੁੰਦੀ ਹੈ ਗਾਉਣ ਦੀ, ਉਹ ਉਸ ਦੇ ਗੀਤਾਂ ਨੂੰ ਗਾਉਂਦਾ ਹੈ। ਗਾਵੈ ਕੋ ਦਾਤ, ਕੋਈ ਉਸ ਦੀ ਬਖਸ਼ਿਸ਼ ਦੀ ਸਿਫਤ ਕਰੀ ਜਾਂਦਾ ਹੈ। ਜਾਣੈ ਨਿਸ਼ਾਨ, ਉਸ ਦੀ ਬਖਸ਼ਿਸ਼ ਦਾ ਨਿਸ਼ਾਨ ਸਮਝ ਕੇ ਉਸ ਦੀ ਬਖਸ਼ਿਸ਼ ਨੂੰ ਗਾਈ ਜਾਂਦਾ ਹੈ। ਗਾਵੈ ਕੋ ਗੁਣ ਵਡਿਆਈਆਂ ਚਾਰ, ਚਾਰ ਸ਼ਬਦ ਜਿਹੜਾ ਹੈ ਇਹ ਰਾਰੇ ਨੂੰ ਔਂਕੜ ਵਾਲਾ ਹੁੰਦਾ ਹੈ, ਪਰ ਇਹ ਇੱਥੇ ਛਾਪੇ ਦੀਆਂ ਬੀੜਾਂ ਵਿੱਚ ਰਾਰਾ ਮੁਕਤਾ ਹੈ। ਚਾਰ ਦਾ ਮਤਲਬ ਹੈ ਸੁੰਦਰ, ਕੋਈ ਉਸ ਦੀਆਂ ਸੁੰਦਰ ਵਡਿਆਈਆਂ ਨੂੰ ਗਾ ਰਿਹਾ ਹੈ। ਗਾਵੈ ਕੋ ਵਿਦਿਆ ਵਿਖਮ ਵਿਚਾਰ, ਕੋਈ ਆਪਣੀ ਵਿਦਿਆ ਦੇ ਸਹਾਰੇ ਉਸ ਤੇ ਕਠਨ ਵਿਚਾਰ ਦੀਆਂ ਗੱਲਾਂ ਕਰ ਰਿਹਾ ਹੈ। ਗਾਵੈ ਕੋ ਸਾਜ ਕਰੇ ਤਨਖੇ, ਕੋਈ ਇਹ ਆਖਦਾ ਹੈ ਕਿ ਉਹ ਜੀਵਾਂ ਨੂੰ ਬਣਾਉਂਦਾ ਹੈ ਅਤੇ ਫਿਰ ਸਰੀਰ ਨੂੰ ਖੇਹ ਕਰ ਦਿੰਦਾ ਹੈ। ਗਾਵੈ ਕੋ ਜੀ ਲੈ ਫਿਰਦੇ, ਕੋਈ ਇਹ ਗਾ ਰਿਹਾ ਹੈ ਕਿ ਉਹ ਜੀਵਾਂ ਦੇ ਵਿੱਚ, ਸਰੀਰਾਂ ਵਿੱਚ ਜਿੰਦ ਪਾਉਂਦਾ ਹੈ ਤੇ ਫਿਰ ਕੱਢ ਲੈਂਦਾ ਹੈ, ਭਾਵ ਜਨਮ ਤੇ ਮਰਨ ਉਸਦੇ ਹੱਥ ਵਿੱਚ ਹੈ। ਗਾਵੈ ਕੋ ਜਾਪੈ ਦਿਸੈ ਦੂਰ, ਕੋਈ ਇਸ ਤਰ੍ਹਾਂ ਵੀ ਗਾਉਂਦਾ ਹੈ ਕਿ ਉਹ ਜੋ ਕਰਤਾ ਪੁਰਖ ਹੈ ਉਹ ਬਹੁਤ ਦੂਰ ਹੈ, ਉਸ ਦੇ ਨਿਯਮਾਂ ਨੂੰ ਸਮਝਣਾ ਬੜਾ ਔਖਾ ਹੈ, ਉਸ ਦੇ ਕਾਨੂੰਨ ਬੜੇ ਔਖੇ ਨੇ, ਕੋਈ ਇਸ ਤਰ੍ਹਾਂ ਗਾ ਰਿਹਾ ਹੈ। ਗਾਵੈ ਕੋ ਵੇਖੈ ਹਾਦਰਾ ਹਦੂਰ, ਕੋਈ ਇਸ ਤਰ੍ਹਾਂ ਗਾਉਂਦਾ ਹੈ ਕਿ ਨਹੀਂ ਉਹ ਦੂਰ ਨਹੀਂ ਹੈ, ਉਹ ਤਾਂ ਨੇੜੇ ਹੀ ਹੈ। ਕਥਨਾ ਕਥੀ ਨ ਆਵੈ ਤੋਟ, ਇਸ ਤਰ੍ਹਾਂ ਲੋਕ ਗੱਲਾਂ ਕਰੀ ਜਾਂਦੇ ਹਨ, ਪਰ ਇਹ ਜੋ ਇਸ ਤਰ੍ਹਾਂ ਦੀਆਂ ਗੱਲਾਂ ਹਨ ਇਹਨਾਂ ਦਾ ਕਹਿਣ ਦਾ ਕੋਈ ਅੰਤ ਨਹੀਂ ਹੈ। ਕਥ ਕਥ ਕਥੀ ਕੋਟੀ ਕੋਟਿ ਕੋਟ, ਇਸ ਤਰ੍ਹਾਂ ਹੀ ਕਹਿ ਕੇ ਕਰੋੜਾਂ ਵਾਰੀ ਲੋਕਾਂ ਨੇ ਗੱਲ ਕਹੀ ਹੈ, ਉਸ ਦੀਆਂ ਗੱਲਾਂ ਕੀਤੀਆਂ ਹਨ। ਦੇਂਦਾ ਦੇ ਲੈਂਦੇ ਥਕ ਪਾਏ, ਉਹ ਸਾਰਿਆਂ ਨੂੰ ਦੇਣ ਵਾਲਾ ਹੈ, ਦੇ ਰਿਹਾ ਹੈ, ਪਰ ਜੋ ਲੈਣ ਵਾਲੇ ਹਨ ਉਹੀ ਉਸ ਦੀਆਂ ਬਖਸ਼ਾਂ ਲੈਂਦੇ ਲੈਂਦੇ ਥੱਕ ਜਾਂਦੇ ਹਨ। ਜੁਗਾਂ ਜੁਗੰਤਰ ਖਾਹੀ ਖਾਏ, ਤੋ ਜੁਗਾਂ ਜੁਗੰਤਰ ਭਾਵ ਇਹ ਲਗਾਤਾਰ ਲੋਕ ਉਸ ਦੀਆਂ ਦਾਤਾਂ ਨੂੰ ਵਰਤੀ ਜਾ ਰਹੇ ਹਨ। ਹੁਕਮੀ ਹੁਕਮ ਚਲਾਏ ਰਾਹ, ਸੋ ਰੱਬ ਦਾ ਜੋ ਹੁਕਮ ਹੈ, ਹੁਕਮੀ ਦਾ ਹੁਕਮ ਹੈ, ਉਹਦੇ ਬਣਾਏ ਗਏ ਜਿਹੜੇ ਅਟਲ ਨਿਯਮ ਹਨ, ਕਾਨੂੰਨ ਹਨ, ਉਹੀ ਸੰਸਾਰ ਦਾ ਰਸਤਾ ਜਿਹੜਾ ਇਸ ਨੂੰ ਚਲਾ ਰਹੇ ਹਨ। ਨਾਨਕ ਵਿਗਸੈ ਬੇਪਰਵਾਹ, ਇਹ ਨਾਨਕ ਆਖ ਉਹ ਆਪ ਬੇਪਰਵਾਹ ਹੈ ਅਤੇ ਆਨੰਦ ਵਿੱਚ ਹੈ, ਆਪਣੀ ਸ੍ਰਿਸ਼ਟੀ ਨੂੰ ਵੇਖ ਕੇ ਪ੍ਰਸੰਨ ਹੈ, ਵਿਗਸਦਾ ਹੈ। ਸਾਚਾ ਸਾਹਿਬ ਸਾਚ ਨਾਇ, ਭਾਖਿਆ ਪਾਓ ਅਪਾਰ, ਉਹ ਮਾਲਕ ਸੱਚਾ ਹੈ, ਹੋਂਦ ਵਾਲਾ ਹੈ, ਅਟਲ ਹੈ, ਉਸ ਦਾ ਜਿਹੜਾ ਇਨਸਾਫ ਹੈ ਉਹ ਵੀ ਅਟਲ ਹੈ, ਉਸ ਦੀ ਜਿਹੜੀ ਬੋਲੀ ਹੈ ਉਹ ਪ੍ਰੇਮ ਹੈ। ਆਖੈ ਮੰਗੈ ਦੇ ਦੇ, ਲੋਕ ਉਸ ਤੋਂ ਮੰਗਦੇ ਹਨ, ਦੇ ਕਰਦੇ ਹਨ। ਦਾਤ ਕਰੇ ਦਾਤਾਰ, ਉਹ ਫਿਰ ਦਾਤਾ ਜੋ ਹੈ ਉਹ ਆਪਣੀ ਬਖਸ਼ਿਸ਼ ਕਰਦਾ ਹੈ, ਦਾਤਾਂ ਦਿੰਦਾ ਹੈ। ਫੇਰ ਕੀ ਅੱਗੇ ਰੱਖੀ ਹੈ ਜਿਤ ਦਿਸੈ ਦਰਬਾਰ, ਉਸ ਦੀਆਂ ਦਾਤਾਂ ਜਿਹੜੀਆਂ ਹਨ ਉਹਨਾਂ ਵਿੱਚੋਂ ਕਿਹੜੀ ਚੀਜ਼ ਉਸ ਦੇ ਅੱਗੇ ਰੱਖੀ ਜਾਵੇ, ਉਸ ਦਾ ਦਰਬਾਰ ਦਿਸ ਪਵੇ, ਭਾਵ ਉਸ ਦੀਆਂ ਦਿੱਤੀਆਂ ਹੋਈਆਂ ਜਿਹੜੀਆਂ ਦਾਤਾਂ ਹਨ ਉਹਨਾਂ ਚੋਂ ਉਸ ਦੇ ਅੱਗੇ ਕੁਝ ਵੀ ਰੱਖਿਆ ਨਹੀਂ ਜਾ ਸਕਦਾ। ਉਸ ਦੀਆਂ ਦਾਤਾਂ ਨਾਲ ਉਹ ਪ੍ਰਸੰਨ ਨਹੀਂ ਹੁੰਦਾ, ਕਿਉਂਕਿ ਦਾਤਾਂ ਤਾਂ ਉਹਦੀਆਂ ਹਨ, ਉਹ ਮਾਲਕ ਹੈ। ਮੂੰਹੋਂ ਕਿ ਬੋਲਣ ਬੋਲੀ ਹੈ, ਜਿਤ ਸੁਣ ਧਰੇ ਪਿਆਰ,
ਮੋਹ ਸ਼ਬਦ ਵਿੱਚ ਹਾਹੀ ਨੂੰ ਕਨੌੜਾ ਅੱਜ ਕੱਲ੍ਹ ਬਣਿਆ ਹੋਇਆ। ਇਹ ਪੁਰਾਤਨ ਬੀੜਾਂ ਵਿੱਚ ਹੋੜਾ ਅਤੇ ਟਿੱਪੀ ਵੱਖਰੀ ਵੱਖਰੀ ਸੀ। ਕਈ ਜਗ੍ਹਾ ਹੋੜਾ ਤੇ ਬਿੰਦੀ ਵੱਖਰੀ ਵੱਖਰੀ ਹੈ। ਤੋ ਛਾਪੇ ਵਾਲਿਆਂ ਨੇ ਇਹਦਾ ਕਨੌੜਾ ਬਣਾ ਛੱਡਿਆ। ਮੂੰਹ ਤੋਂ ਕਿਹੜਾ ਵਚਨ ਕਿਹੜਾ ਬੋਲਣ ਬੋਲੀਏ ਕਿ ਉਹ ਪਿਆਰ ਨਾਲ ਸੁਣ ਲਵੇ। ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ। ਅੰਮ੍ਰਿਤ ਵੇਲਾ ਉਹ ਸਮਾਂ ਜਿਸ ਸਮੇਂ ਕੋਈ ਸ਼ੋਰ ਸ਼ਰਾਬਾ ਨਹੀਂ ਹੈ, ਮਨ ਵਿੱਚ ਮਾਇਆ ਦਾ ਰੌਲਾ ਨਹੀਂ ਹੈ, ਮੋਹ ਮਾਇਆ ਦਾ ਚੱਕਰ ਨਹੀਂ ਹੈ, ਮਨ ਮੋਹ ਮਾਇਆ ਤੋਂ ਵਿਹਲਾ ਹੈ। ਤੋ ਉਹ ਸਮਾਂ ਐਸਾ ਹੈ ਜਿਸ ਸਮੇਂ ਉਸ ਦੀਆਂ ਵਡਿਆਈਆਂ ਕੀਤੀਆਂ ਜਾ ਸਕਦੀਆਂ ਹਨ। ਸੋ ਇਸ ਨੂੰ ਤੜਕਸਾਰ ਦਾ ਸਮਾਂ ਵੀ ਵਿਦਵਾਨਾਂ ਨੇ ਕਿਹਾ ਹੈ, ਅਤੇ ਉਹ ਵੀ ਇਹ ਸਮਾਂ ਹੈ ਜਿਸ ਵੇਲੇ ਮਨ ਝੁਮੇਲਿਆਂ ਤੋਂ ਵਿਹਲਾ ਹੁੰਦਾ ਹੈ। ਕਰਮੀ ਆਵੈ ਕੱਪੜਾ ਨਦਰੀ ਮੋਖ ਦੁਆਰ। ਸੋ ਉਸਦੀ ਸਿਫਤ ਸਲਾਹ ਦਾ ਕੱਪੜਾ ਭਾਵ ਉਸਦੀ ਸਿਫਤ ਸਲਾਹ ਦੀ ਬਖਸ਼ਿਸ਼ ਜਿਹੜੀ ਹੈ, ਇਹ ਉਸਦੀ ਕਰਮ ਨਾਲ, ਉਸਦੀ ਮਿਹਰ ਨਾਲ ਕਿਸੇ ਨੂੰ ਇਹ ਬਖਸ਼ਿਸ਼ ਹੁੰਦੀ ਹੈ। ਨਦਰੀ ਮੋਖ ਦੁਆਰ, ਤੇ ਉਸਦੀ ਨਜ਼ਰ ਨਾਲ ਭਾਵ ਉਸਦੇ ਨਿਯਮਾਂ ਅਨੁਸਾਰ ਚੱਲਣ ਨਾਲ ਮੋਖ ਦੁਆਰ ਮੋਹ ਮਾਇਆ ਤੋਂ ਖਲਾਸੀ ਮਿਲਦੀ ਹੈ। ਨਾਨਕ ਇਹ ਵੈ ਜਾਣੀਏ। ਇਹ ਨਾਨਕ ਆਖ ਕਿ ਇਸ ਤਰ੍ਹਾਂ ਇਹ ਜਾਣਿਆ ਜਾਂਦਾ ਹੈ, ਸਭ ਆਪੇ ਸਚਿਆਰ। ਉਹ ਸਭ ਆਪ ਹੀ ਸਭ ਥਾਂ ਭਰਪੂਰ ਹੈ। ਥਾਪਿਆ ਨਾ ਜਾਏ ਕੀਤਾ ਨਾ ਹੋਏ। ਉਸ ਨੂੰ ਕਿਸੇ ਥਾਂ ਦੇ ਉੱਤੇ ਸਥਾਪਿਤ ਨਹੀਂ ਕੀਤਾ ਜਾ ਸਕਦਾ, ਕਿਉਂਕਿ ਇਹ ਮੂਰਤੀ ਨਹੀਂ ਹੈ, ਉਹ ਕੋਈ ਬੁੱਤ ਨਹੀਂ ਹੈ। ਕੀਤਾ ਨਾ ਹੋਏ, ਅਤੇ ਉਹ ਸਾਡਾ ਕੀਤਾ ਹੋਇਆ ਵੀ ਨਹੀਂ ਬਣਦਾ, ਅਸੀਂ ਉਸ ਨੂੰ ਬਣਾ ਨਹੀਂ ਸਕਦੇ। ਆਪੇ ਆਪ ਨਿਰੰਜਨ ਸੋਏ। ਉਹ ਜੋ ਕੁਝ ਵੀ ਹੈ ਆਪਣੇ ਆਪ ਹੈ ਤੇ ਨਿਰੰਜਨ ਹੈ। ਅੰਜਨ ਤੋਂ ਸੁਰਮੇ ਤੋਂ ਭਾਵ ਕਾਲਕ ਤੋਂ ਬਿਨਾਂ ਹੈ, ਪਵਿੱਤਰ ਹੈ। ਜਿਨ ਸੇਵਿਆ ਤਿਨ ਪਾਇਆ ਮਾਨ। ਜਿਸ ਨੇ ਉਸ ਨੂੰ ਯਾਦ ਕੀਤਾ ਹੈ, ਉਸ ਦੀ ਯਾਦ ਆਪਣੇ ਮਨ ਵਿੱਚ ਲਿਆਂਦੀ ਹੈ, ਉਸ ਦੇ ਬਣਾਏ ਹੋਏ ਨਿਯਮਾਂ ਅਨੁਸਾਰ ਜਿਸ ਨੇ ਆਪਣਾ ਜੀਵਨ ਜੀਵਿਆ ਹੈ, ਉਸ ਨੂੰ ਆਦਰ ਮਿਲਿਆ ਹੈ। ਨਾਨਕ ਗਾਵੀਏ ਗੁਣੀ ਨਿਧਾਨ। ਇਹ ਨਾਨਕ ਆਖ ਜੋ ਗੁਣਾਂ ਦਾ ਖਜ਼ਾਨਾ ਹੈ, ਕਰਤਾ ਪੁਰਖ, ਉਸ ਨੂੰ ਗਾਉਣਾ ਚਾਹੀਦਾ ਹੈ, ਉਸ ਦੀਆਂ ਸਿਫਤਾਂ ਕਰਨੀਆਂ ਚਾਹੀਦੀਆਂ ਹਨ। ਗਾਵੀਏ ਸੁਣੀਏ ਮਨ ਰੱਖੀਏ ਭਾਵ। ਉਸ ਨੂੰ ਗਾਉਣਾ ਚਾਹੀਦਾ ਹੈ, ਉਸ ਦੀਆਂ ਗੱਲਾਂ ਗੁਰਬਾਣੀ ਵਿੱਚ ਲਿਖੀਆਂ ਹੋਈਆਂ ਸੁਣਨੀਆਂ ਚਾਹੀਦੀਆਂ ਹਨ। ਮਨ ਵਿੱਚ ਪ੍ਰੇਮ ਧਾਰਨ ਕਰਕੇ ਉਸ ਪ੍ਰਤੀ ਰੱਖਣਾ ਚਾਹੀਦਾ ਹੈ। ਦੁੱਖ ਪਰ ਹਰੀ ਸੁੱਖ ਘਰ ਲੈ ਜਾਏ। ਇਸ ਤਰ੍ਹਾਂ ਉਸ ਦੀ ਯਾਦ ਜਿਹੜੀ ਹੈ, ਉਸ ਦੀਆਂ ਸਿਫਤਾਂ ਕਰਨ ਨਾਲ ਆਤਮਿਕ ਸ਼ਾਂਤੀ ਪ੍ਰਾਪਤ ਹੁੰਦੀ ਹੈ। ਗੁਰਮੁਖ ਨਾਦੰ ਗੁਰਮੁਖੀ ਵੇਦੰ। ਗੁਰੂ ਦੇ ਸਨਮੁਖ ਰਹਿਣ ਨਾਲ ਹੀ ਨਾਮ ਦੀ ਸਮਝ ਪੈਂਦੀ ਹੈ। ਗੁਰੂ ਦੇ ਸਨਮੁਖ ਰਹਿਣ ਨਾਲ ਹੀ ਗਿਆਨ ਪ੍ਰਾਪਤ ਹੁੰਦਾ ਹੈ। ਗੁਰਮੁਖੀ ਰਹਿਆ ਸਮਾਈ। ਗੁਰੂ ਦੇ ਸਨਮੁਖ ਰਹਿਣ ਨਾਲ ਭਾਵ ਗੁਰੂ ਦਾ ਉਪਦੇਸ਼ ਧਾਰਨ ਕਰਨ ਨਾਲ ਹੀ ਪਤਾ ਲੱਗਦਾ ਹੈ ਕਿ ਉਹ ਸਭ ਥਾਂ ਸਮਾ ਰਿਹਾ ਹੈ, ਸਭ ਥਾਂ ਹਾਜ਼ਰ ਹੈ। ਗੁਰ ਈਸ਼ਵਰ। ਗੁਰੂ ਹੀ ਸਿੱਖ ਵਾਸਤੇ ਸ਼ਿਵ ਹੈ, ਭਾਵ ਸ਼ਿਵ ਗੁਰੂ ਤੋਂ ਵੱਡਾ ਨਹੀਂ ਹੈ। ਗੁਰੂ ਗੋਰਖ ਬ੍ਰਹਮਾ। ਸਿੱਖ ਵਾਸਤੇ ਗੁਰੂ ਨਾਲੋਂ ਨਾ ਗੋਰਖ ਵੱਡਾ ਹੈ, ਨਾ ਗੁਰੂ ਨਾਲੋਂ ਬ੍ਰਹਮਾ ਵੱਡਾ ਹੈ। ਗੁਰ ਪਾਰਬਤੀ ਮਾਈ। ਤੇ ਸਿੱਖ ਵਾਸਤੇ ਗੁਰੂ ਨਾਲੋਂ ਪਾਰਬਤੀ ਮਾਈ ਵੱਡੀ ਨਹੀਂ ਹੈ। ਗੁਰੂ ਨਾਲੋਂ ਪਾਰਬਤੀ ਮਾਈ ਤੋਂ ਭਾਵੇਂ ਦੁਰਗਾ ਭਗਵਤੀ, ਇਹ ਇਸ ਦੇ ਵੱਖ-ਵੱਖ ਨਾਂ ਹਨ। ਸ਼ਿਵ ਦੇ ਘਰ ਵਾਲੀ ਦਾ ਨਾਂ ਪਾਰਬਤੀ ਹੈ, ਜਿਸ ਨੂੰ ਦੁਰਗਾ ਵੀ ਕਿਹਾ ਗਿਆ ਹੈ, ਜਿਸ ਨੂੰ ਗ੍ਰਿਜਾ ਵੀ ਕਿਹਾ ਗਿਆ ਹੈ, ਭਵਾਨੀ ਕਿਹਾ ਗਿਆ ਹੈ। ਬਹੁਤ ਸਾਰੇ ਇਸ ਦੇ ਨਾਂ ਹਨ। ਗੁਰੂ ਨਾਲੋਂ ਇਹਨਾਂ ਵਿੱਚੋਂ ਕੋਈ ਵੀ ਵੱਡਾ ਨਹੀਂ ਹੈ। ਜੇ ਹਾਂ ਜਾਣਾ ਆਖਾਂ ਨਾਹੀ। ਜੇ ਮੈਂ ਜਾਣ ਵੀ ਲਵਾਂ ਉਸ ਬਾਰੇ ਕੁਝ
ਤਾਂ ਫਿਰ ਪੂਰਨ ਤੌਰ ਤੇ ਮੈਂ ਬਿਆਨ ਨਹੀਂ ਕਰ ਸਕਦਾ। ਕਹਿਣਾ ਕਥਨ ਨ ਜਾਈ, ਤੋਂ ਪੂਰਾ ਬਿਆਨ ਨਹੀਂ ਹੋ ਸਕਦਾ ਰੱਬ ਦੇ ਗੁਣਾਂ ਦਾ। ਗੁਰਾ ਇੱਕ ਦੇਹ ਬੁਝਾਈ, ਹੇ ਗੁਰੂ ਹੇ ਸਤਿਗੁਰੂ ਮੈਨੂੰ ਇੱਕ ਸੂਝ ਬਖਸ਼ੋ। ਸਭਨਾ ਜੀਆਂ ਕਾ ਇੱਕ ਦਾਤਾ, ਸਾਰਿਆਂ ਦਾ ਜੋ ਇੱਕ ਦਾਤਾ ਹੈ, ਜੋ ਕਰਤਾ ਪੁਰਖ ਹੈ, ਸਾਰਿਆਂ ਨੂੰ ਦੇਣ ਵਾਲਾ, ਸੋ ਮੈਂ ਵਿਸਰ ਨ ਜਾਈ, ਉਹ ਮੈਨੂੰ ਕਿਸੇ ਤਰ੍ਹਾਂ ਵੀ ਭੁੱਲ ਨਾ ਜਾਵੇ। ਤੀਰਥ ਨਾਵਾਂ ਜੇ ਤੇ ਸੁਭਾਵਾਂ, ਮੈਂ ਤੀਰਥਾਂ ਉੱਤੇ ਜਾ ਕੇ ਤਾਂ ਇਸ਼ਨਾਨ ਕਰਾਂ ਜੇ ਮੈਂ ਉਸ ਨੂੰ ਚੰਗਾ ਲੱਗਾ। ਵਿਣ ਭਾਣੇ ਕਿ ਨਾਏ ਕਰੀ, ਜੇ ਮੈਂ ਉਸ ਨੂੰ ਭਾਉਂਦਾ ਹੀ ਨਹੀਂ, ਤੀਰਥਾਂ ਉੱਪਰ ਜਾ ਕੇ ਇਸ਼ਨਾਨ ਕਰਨਾ ਉਸ ਨੂੰ ਭਾਉਂਦਾ ਹੀ ਨਹੀਂ, ਤਾਂ ਮੈਂ ਤੀਰਥਾਂ ਉੱਤੇ ਨਹਾ ਕੇ ਕੀ ਕਰਨਾ ਹੈ। ਸੋ ਭਾਵ ਇਸਦਾ ਹੈ, ਤੀਰਥਾਂ ਉੱਪਰ ਇਸ਼ਨਾਨ ਕਰਨ ਨਾਲ ਰੱਬ ਖੁਸ਼ ਨਹੀਂ ਹੁੰਦਾ ਅਤੇ ਮਨ ਪਵਿੱਤਰ ਨਹੀਂ ਹੁੰਦਾ। ਜੇਤੀ ਸ੍ਰਿਠਿਓ ਪਾਈ ਵੇਖਾਂ, ਵਿਣ ਕਰਮਾਂ ਕੇ ਮਿਲੈ ਲਈ। ਤੋ ਜਿੰਨੀ ਵੀ ਦੁਨੀਆ ਪੈਦਾ ਕੀਤੀ ਹੈ, ਇਸ ਵਿੱਚ ਉਸ ਦੀ ਬਖਸ਼ਿਸ਼ ਤੋਂ ਬਿਨਾਂ ਕਿਸੇ ਨੂੰ ਕੁਝ ਨਹੀਂ ਮਿਲਦਾ। ਭਾਵ ਜੋ ਉਸ ਦੇ ਬਣਾਏ ਗਏ ਕਾਨੂੰਨ ਹਨ, ਨਿਯਮ ਹਨ, ਉਹਨਾਂ ਦੀ ਉਲੰਘਣਾ ਕਰਨ ਨਾਲ ਕਿਸੇ ਨੂੰ ਕੁਝ ਨਹੀਂ ਮਿਲਦਾ। ਮਤ ਵਿੱਚ ਰਤਨ ਜਵਾਹਰ ਮਾਣਿਕ, ਸੋ ਮਨ ਵਿੱਚ ਬਹੁਤ ਸਾਰੇ ਹੀਰੇ ਮੋਤੀ ਜਵਾਹਰਾਤ ਪੈਦਾ ਹੋ ਜਾਂਦੇ ਹਨ ਜੇ ਇੱਕ ਗੁਰ ਕੀ ਸਿੱਖ ਸੁਣੀ। ਜੇ ਗੁਰੂ ਦੀ ਇੱਕ ਸਿੱਖਿਆ ਸੁਣ ਲਈ ਜਾਵੇ ਤਾਂ ਮਨ ਵਿੱਚ ਗੁਣ ਪੈਦਾ ਹੋ ਜਾਂਦੇ ਹਨ, ਰੱਬੀ ਗੁਣ ਪੈਦਾ ਹੋ ਜਾਂਦੇ ਹਨ। ਗੁਰਾ ਇੱਕ ਦੇਹ ਬੁਝਾਈ, ਹੇ ਗੁਰੂ ਜੀ ਮੈਨੂੰ ਇੱਕ ਸੂਝ ਬਖਸ਼ੋ। ਸਭਨਾ ਜੀਆਂ ਕਾ ਇੱਕ ਦਾਤਾ, ਇਹ ਸੂਝ ਕਿਹੜੀ ਹੈ? ਸਾਰਿਆਂ ਜੀਆਂ ਦਾ ਜਿਹੜਾ ਇੱਕ ਪਾਲਣ ਵਾਲਾ ਹੈ। ਸੋ ਮੈਂ ਵਿਸਰ ਨ ਜਾਈ, ਉਹ ਮੇਰੀਆਂ ਯਾਦਾਂ ਵਿੱਚੋਂ ਨਿਕਲ ਨਾ ਜਾਵੇ। ਜੇ ਜੁਗ ਚਾਰੇ ਆਰਜਾ, ਜੇ ਕਿਸੇ ਦੀ ਉਮਰ 4 ਚੁੱਕਾਂ ਜਿੰਨੀ ਹੋ ਜਾਏ, ਹੋਰ ਦਸੂਣੀ ਹੋਏ, ਉਸ ਤੋਂ 10 ਗੁਣਾ ਜ਼ਿਆਦਾ ਹੋ ਜਾਏ। ਨਵਾਂ ਖੰਡਾਂ ਵਿੱਚ ਜਾਣੀਐ, ਨਾਲ ਚੱਲੇ ਸਭ ਕੋਏ। ਇਸ ਤਰ੍ਹਾਂ ਕੋਈ ਯੋਗ ਸਾਧਨਾ ਰਾਹੀਂ ਆਪਣੀ ਉਮਰ ਨੂੰ ਵਧਾ ਲੈ ਤੇ ਸਾਰੀ ਸ੍ਰਿਸ਼ਟੀ ਵਿੱਚ ਉਹ ਪ੍ਰਸਿੱਧ ਹੋ ਜਾਏ ਤੇ ਹਰ ਕੋਈ ਮਾਣ ਮਹਿਸੂਸ ਕਰੇ ਜਦੋਂ ਉਹਦੇ ਨਾਲ ਚੱਲੇ। ਚੰਗਾ ਨਾਮ ਰਖਾਏ ਕੈ, ਦੁਨੀਆ ਵਿੱਚ ਆਪਣਾ ਨਾਮ ਵੀ ਬਣਾ ਲਵੇ। ਜਸ਼ ਕੀਰਤੀ ਜਗ ਲੇ, ਤੇ ਸੰਸਾਰ ਵਿੱਚ ਉਹ ਸ਼ੋਭਾ ਵੀ ਖੱਟ ਲਵੇ। ਜੇ ਤਿਸ ਨਦਰੀ ਨਾ ਆਵਈ, ਤਾਂ ਬਾਤ ਨਾ ਪੁੱਛੈ ਕਿ। ਪਰ ਜੇ ਰੱਬ ਦੀ ਯਾਦ ਉਸ ਦੇ ਅੰਦਰ ਨਹੀਂ ਵਸੀ ਤਾਂ ਉਸ ਨੂੰ ਕੋਈ ਵੀ ਪੁੱਛਣ ਵਾਲਾ ਨਹੀਂ ਹੈ। ਭਾਵ ਉਸ ਦਾ ਆਦਰ ਮਾਣ ਸੰਸਾਰ ਤੇ ਕੋਈ ਨਹੀਂ ਕਰੇਗਾ ਜੇ ਉਹ ਰੱਬ ਦੀ ਯਾਦ ਤੋਂ ਸਖਣਾ ਰਹਿ ਗਿਆ। ਰੱਬ ਦੇ ਬਣਾਏ ਹੋਏ ਨਿਯਮਾਂ ਦੀ ਜੇ ਉਲੰਘਣਾ ਕਰ ਗਿਆ ਤਾਂ ਉਸ ਦੀ ਕੋਈ ਵੀ ਬਾਤ ਨਹੀਂ ਪੁੱਛਦਾ। ਕੀਟਾਂ ਅੰਦਰ ਕੀਟ, ਉਹ ਤਾਂ ਕੀੜਿਆਂ ਵਿੱਚ ਇੱਕ ਛੋਟਾ ਜਿਹਾ ਕੀੜਾ ਹੀ ਲੱਗਦਾ ਹੈ। ਕਰ ਦੋਸ਼ੀ, ਉਸ ਨੂੰ ਦੋਸ਼ੀ ਥਾਪ ਕੇ ਦੋਸ਼ ਧਰੇ। ਰੱਬ ਜਿਹੜਾ ਕਰਤਾ ਪੁਰਖ ਹੈ ਉਸ ਉੱਤੇ ਦੋਸ਼ ਲਾਉਂਦਾ ਹੈ। ਕਾਹਦਾ ਦੋਸ਼ ਲਾਉਂਦਾ ਹੈ ਕਿ ਉਸਨੇ ਉਸ ਨੂੰ ਯਾਦ ਨਹੀਂ ਕੀਤਾ, ਉਹ ਰੱਬ ਦੀ ਨਜ਼ਰ ਵਿੱਚ ਨਹੀਂ ਆਇਆ। ਉਹ ਰੱਬ ਦੀ ਯਾਦ ਜਿਹੜੀ ਆ ਉਹ ਆਪਣੇ ਮਨ ਵਿੱਚ ਵਸਾ ਨਹੀਂ ਸਕਿਆ। ਭਾਵ ਜ਼ਿੰਦਗੀ ਦਾ ਜੋ ਮਨੋਰਥ ਹੈ ਉਹ ਪੂਰਾ ਨਹੀਂ ਕਰ ਸਕਿਆ, ਇਸ ਕਰਕੇ ਉਹ ਦੋਸ਼ੀ ਬਣਾਇਆ ਜਾਂਦਾ ਹੈ। ਨਾਨਕ ਨਿਰਗੁਣ ਗੁਣ ਕਰੇ, ਇਹ ਨਾਨਕ ਆਖ ਉਹ ਤਾਂ ਐਸਾ ਹੈ ਜਿਹੜਾ ਨਿਰਗੁਣਿਆਂ ਵਿੱਚ ਵੀ ਗੁਣ ਪੈਦਾ ਕਰਦਾ ਹੈ ਤੇ ਜਿਹੜੇ ਗੁਣਾਂ ਵਾਲੇ ਹਨ ਉਹਨਾਂ ਨੂੰ ਵੀ ਹੋਰ ਗੁਣ ਦਿੰਦਾ ਹੈ। ਤੇਹਾ ਕੋਈ ਨ ਸੁਝਈ, ਇਹੋ ਜਿਹਾ ਹੋਰ ਕੋਈ ਨਜ਼ਰ ਨਹੀਂ ਆਉਂਦਾ ਜੇ ਤਿਸ ਗੁਣ ਕੋਈ ਕਰੇ, ਜਿਹੜਾ ਉਸ ਨਿਰਗੁਣ ਜੀਵ ਨੂੰ ਕੋਈ ਅਧਿਆਤਮਿਕ ਗੁਣ ਦੇ ਸਕੇ। ਭਾਵ ਰੱਬ ਦੀ ਜਿਹੜੀ ਸਿਫਤ ਸਲਾਹ ਵਾਲੀ ਬਾਣੀ ਹੈ
ਰੱਬ ਦੀ ਸਿਫਤ ਸਲਾਹ ਵਾਲੀ ਰਚਨਾ ਜਿਹੜੀ ਗੁਰਬਾਣੀ ਹੈ, ਇਹਦੇ ਨਾਲ ਹੀ ਜੀਵ ਦੇ ਅੰਦਰ ਗੁਣ ਪੈਦਾ ਹੋ ਸਕਦੇ ਹਨ। ਸੁਣੈ ਸਿੱਧ ਪੀਰ ਸੁਰਿਨਾਥ। ਸੁਣਿਆ ਤੋਂ ਭਾਵ ਹੈ ਸੁਣਨ ਨਾਲ। ਸੁਣਨ ਨਾਲ ਕੀ ਹੁੰਦਾ ਹੈ? ਸੁਣਨਾ ਕੀ ਹੈ? ਸੁਣਨਾ ਹੈ ਗੁਰਬਾਣੀ ਵਿੱਚ ਗੁਰੂ ਪਰਮੇਸ਼ਰ ਦੀ ਸਿਫਤ ਸਲਾਹ। ਉਸ ਨੂੰ ਸੁਣਨ ਨਾਲ ਕੀ ਹੁੰਦਾ ਹੈ? ਸਿੱਧ ਪੀਰ ਸੁਰਿਨਾਥ। ਪਤਾ ਲੱਗ ਜਾਂਦਾ ਹੈ ਸਿੱਧ, ਪੀਰ, ਦੇਵਤੇ ਅਤੇ ਨਾਥ ਇਹ ਗੁਰੂ ਪਰਮੇਸ਼ਰ ਨਾਲੋਂ ਵੱਡੇ ਨਹੀਂ ਹਨ, ਇਹ ਰੱਬ ਨਾਲੋਂ ਵੱਡੇ ਨਹੀਂ ਹਨ, ਇਹ ਰੱਬ ਦੇ ਹੀ ਪੈਦਾ ਕੀਤੇ ਹੋਏ ਹਨ। ਇਹ ਗੁਰਬਾਣੀ ਵਿੱਚੋਂ, ਗੁਰਬਾਣੀ ਦੀ ਵਿਚਾਰ ਸੁਣ ਕੇ ਇਸ ਗੱਲ ਦੀ ਸਮਝ ਆ ਜਾਂਦੀ ਹੈ। ਸੁਣੈ ਧਰਤੀ ਤਵਲ ਆਕਾਸ਼। ਤੇ ਗੁਰਬਾਣੀ ਦੀ ਸਿਫਤ ਸਲਾਹ, ਗੁਰਬਾਣੀ ਦੀ ਵਿਚਾਰ ਸੁਣਨ ਨਾਲ ਪਤਾ ਲੱਗ ਜਾਂਦਾ ਹੈ ਕਿ ਧਰਤੀ ਅਤੇ ਆਕਾਸ਼ ਦਾ ਸਹਾਰਾ ਕੋਈ ਬਲਦ ਨਹੀਂ ਹੈ, ਕੇਵਲ ਰੱਬੀ ਨਿਯਮ ਹਨ, ਜੋ ਰੱਬ ਦੇ ਬਣਾਏ ਕਾਨੂੰਨ ਹਨ, ਉਹਨਾਂ ਅਨੁਸਾਰ ਹੀ ਧਰਤੀ ਤੇ ਆਕਾਸ਼ ਟਿਕੇ ਹੋਏ ਹਨ। ਸੁਣੈ ਦੀਪ ਲੋ ਪਾਤਾਲ। ਗੁਰਬਾਣੀ ਦੀ ਵਿਚਾਰ ਸੁਣਨ ਨਾਲ ਪਤਾ ਲੱਗ ਜਾਂਦਾ ਹੈ ਕਿ ਉਹ ਜੋ ਕਰਤਾ ਪੁਰਖ ਹੈ ਦੀਪਾਂ, ਲੋਆਂ ਤੇ ਪਤਾਲ ਭਾਵ ਹਰ ਥਾਂ ਮੌਜੂਦ ਹੈ। ਸੁਣੈ ਪੋਵ ਨ ਸਕੈ ਕਾਲ। ਤੇ ਗੁਰਬਾਣੀ ਦੀ ਵਿਚਾਰ ਸ਼ਰਵਣ ਕਰਨ ਨਾਲ, ਸੁਣਨ ਨਾਲ ਫਿਰ ਮੌਤ ਦਾ ਡਰ ਜਿਹੜਾ ਹੈ ਇਹ ਵੀ ਨਹੀਂ ਜ਼ੋਰ ਪਾ ਸਕਦਾ। ਨਾਨਕ ਭਗਤਾਂ ਸਦਾ ਵਿਗਾਸ। ਇਹ ਨਾਨਕ ਆਖ, ਗੁਰਬਾਣੀ ਦੀ ਵਿਚਾਰ ਨੂੰ ਸ਼ਰਵਣ ਕਰਨ ਵਾਲੇ ਜੋ ਭਗਤ ਹਨ ਉਹਨਾਂ ਦੇ ਅੰਦਰ ਆਤਮਿਕ ਆਨੰਦ ਬਣਿਆ ਰਹਿੰਦਾ ਹੈ। ਸੁਣੈ ਦੁਖ ਪਾਪ ਕਾ ਨਾਸ਼। ਇਸ ਤਰ੍ਹਾਂ ਗੁਰਬਾਣੀ ਦੀ ਵਿਚਾਰ ਸ਼ਰਵਣ ਕਰਨ ਨਾਲ ਆਤਮਿਕ ਸੁਖ, ਆਤਮਿਕ ਸ਼ਾਂਤੀ ਪ੍ਰਾਪਤ ਹੁੰਦੀ ਹੈ। ਸੁਣੈ ਈਸ਼ਰ ਬ੍ਰਹਮਾ ਇੰਦ। ਗੁਰੂ ਨਾਲੋਂ ਨਾ ਈਸ਼ਰ ਵੱਡਾ ਹੈ, ਸ਼ਿਵ ਵੱਡਾ ਹੈ, ਨਾ ਬ੍ਰਹਮਾ ਵੱਡਾ ਹੈ, ਨਾ ਇੰਦਰ ਵੱਡਾ ਹੈ। ਇਸ ਗੱਲ ਦੀ ਸਮਝ ਗੁਰਬਾਣੀ ਦੀ ਵਿਚਾਰ ਨੂੰ ਸੁਣਨ ਕਰਕੇ ਪ੍ਰਾਪਤ ਹੋ ਜਾਂਦੀ ਹੈ। ਸੁਣੈ ਮੁਖ ਸਲਾਹਣ ਮੰਦ। ਗੁਰਬਾਣੀ ਦੀ ਵਿਚਾਰ ਨੂੰ ਸ਼ਰਵਣ ਕਰਨ ਨਾਲ ਜੋ ਮੰਦਾ ਮਨੁੱਖ ਭਾਵ ਜਿਸ ਨੇ ਕਦੀ ਰੱਬ ਕੀਤਾ ਹੀ ਨਹੀਂ ਹੈ, ਗੁਰੂ ਪਰਮੇਸ਼ਰ ਨਾਲ ਸਾਂਝ ਬਣਾਈ ਨਹੀਂ, ਉਹ ਵੀ ਗੁਰੂ ਪਰਮੇਸ਼ਰ ਦੀਆਂ ਸਿਫਤਾਂ ਕਰਨ ਲੱਗ ਜਾਂਦਾ ਹੈ। ਸੁਣੈ ਜੋਗ ਜੁਗਤੀ ਤਨ ਭੇਦ। ਗੁਰਬਾਣੀ ਦੀ ਵਿਚਾਰ ਸੁਣਨ ਨਾਲ, ਸ਼ਰਵਣ ਕਰਨ ਨਾਲ ਜੋਗ ਦੀ ਜੁਗਤੀ ਭਾਵ ਰੱਬੀ ਮਿਲਾਪ ਦੀ ਸਮਝ ਪੈ ਜਾਂਦੀ ਹੈ, ਰੱਬ ਨਾਲ ਜੁੜਨ ਦੀ ਸਮਝ ਪੈ ਜਾਂਦੀ ਹੈ ਅਤੇ ਸਰੀਰ ਦੇ ਅੰਦਰ ਦੇ ਜਿਹੜੇ ਇੰਦਰੇ ਹਨ, ਸਰੀਰ ਦੇ ਇਹਨਾਂ ਦੇ ਭੇਦ ਪਤਾ ਲੱਗ ਜਾਂਦੇ ਹਨ। ਜਿਹੜੇ ਇੰਦਰੇ ਹਨ ਇਹ ਕਿੱਧਰ ਨੂੰ ਦੌੜਦੇ ਹਨ, ਇਹਨਾਂ ਨੂੰ ਕਿਵੇਂ ਰੋਕਣਾ ਹੈ, ਗੁਰਬਾਣੀ ਦੀ ਵਿਚਾਰ ਸ਼ਰਵਣ ਕਰਨ ਨਾਲ ਇਸ ਗੱਲ ਦੀ ਸਮਝ ਲੱਗ ਜਾਂਦੀ ਹੈ। ਸੁਣੈ ਸ਼ਾਸਤ ਸਿਮ੍ਰਿਤੀ ਵੇਦ। ਤੇ ਗੁਰਬਾਣੀ ਦੀ ਵਿਚਾਰ ਸ਼ਰਵਣ ਕਰਨ ਨਾਲ ਪਤਾ ਲੱਗ ਜਾਂਦਾ ਹੈ ਕਿ ਸ਼ਾਸਤਰ, ਸਿਮ੍ਰਿਤੀਆਂ ਅਤੇ ਵੇਦ ਇਹ ਧਰਮ ਪੁਸਤਕਾਂ ਜਿਹੜੀਆਂ ਹਨ, ਇਹਨਾਂ ਵਿੱਚ ਗੁਰਬਾਣੀ ਤੋਂ ਵਧੀਆ, ਗੁਰਬਾਣੀ ਤੋਂ ਵੱਧ ਕੋਈ ਚੀਜ਼ ਨਹੀਂ ਹੈ। ਸੁਣਨ ਕਰਕੇ ਇਹਨਾਂ ਦੀ ਅਸਲੀਅਤ ਪਤਾ ਲੱਗ ਜਾਂਦੀ ਹੈ। ਨਾਨਕ ਭਗਤਾਂ ਸਦਾ ਵਿਗਾਸ। ਇਹ ਨਾਨਕ ਆਖ, ਗੁਰਬਾਣੀ ਦੀ ਵਿਚਾਰ ਸ਼ਰਵਣ ਕਰਨ ਵਾਲਿਆਂ ਭਗਤਾਂ ਦੇ ਅੰਦਰ ਆਤਮਿਕ ਆਨੰਦ ਬਣਿਆ ਰਹਿੰਦਾ ਹੈ। ਸੁਣੈ ਦੁਖ ਪਾਪ ਕਾ ਨਾਸ਼। ਗੁਰਬਾਣੀ ਦੀ ਵਿਚਾਰ ਨੂੰ ਸੁਣਨ ਨਾਲ ਆਤਮਿਕ ਸ਼ਾਂਤੀ ਮਿਲਦੀ ਹੈ। ਸੁਣੈ ਸਾਤੂ ਸੰਤੋਖ ਗਿਆਨ। ਇਹ ਜਿਹੜੇ ਗੁਣ ਹਨ, ਸਤ, ਸੰਤੋਖ, ਦਾਨੀ ਸੁਭਾਅ, ਸੰਤੋਖ ਧਾਰਨ ਕਰਨਾ ਅਤੇ ਜੀਵਨ ਜੁਗਤੀ ਦਾ ਗਿਆਨ, ਆਤਮਿਕ ਗਿਆਨ, ਆਤਮਿਕ ਜੀਵਨ ਦੀ ਸੂਝ, ਇਹ ਗੁਰਬਾਣੀ ਦੀ ਵਿਚਾਰ ਸ਼ਰਵਣ ਕਰਨ ਨਾਲ ਇਹ ਗੁਣ
ਪ੍ਰਾਪਤ ਹੁੰਦੇ ਹਨ। ਸੁਣੈ 68 ਕਾ ਇਸ਼ਨਾਨ। ਗੁਰਬਾਣੀ ਦੀ ਵਿਚਾਰ ਸ਼ਰਵਣ ਕਰਨ ਨਾਲ ਇਹ ਜੋ ਮਨ ਹੈ, ਇਸ ਨੂੰ ਕਿਸੇ ਤੀਰਥਾਂ ਉੱਤੇ ਜਾਣ ਦੀ ਲੋੜ ਨਹੀਂ ਰਹਿੰਦੀ। 68 ਤੀਰਥਾਂ ਦੇ ਇਸ਼ਨਾਨ ਦੀ ਲੋੜ ਇਸ ਨੂੰ ਨਹੀਂ ਰਹਿੰਦੀ। ਇਹ ਗੁਰਬਾਣੀ ਦੀ ਵਿਚਾਰ ਨਾਲ ਪਵਿੱਤਰ ਹੁੰਦਾ ਹੈ। ਸੁਣੈ ਪੜ ਪੜ ਪਾਵੈ ਮਾਨ। ਗੁਰਬਾਣੀ ਦੀ ਵਿਚਾਰ ਸ਼ਰਵਣ ਕਰਨ ਨਾਲ ਵਿਦਿਆ ਪਾ ਕੇ ਪ੍ਰਾਣੀ ਅਭਿਮਾਨ ਨਹੀਂ ਕਰਦਾ, ਘੁਮੰਡੀ ਨਹੀਂ ਬਣਦਾ ਤੇ ਨਿਮਰਤਾ ਨਾਲ ਆਦਰ ਪਾਉਂਦਾ ਹੈ। ਸੁਣੈ ਲਾਗਾ ਸਹਿਜ ਧਿਆਨ। ਗੁਰਬਾਣੀ ਦੀ ਵਿਚਾਰ ਸ਼ਰਵਣ ਕਰਨ ਨਾਲ ਜੀਵ ਦਾ ਜੋ ਧਿਆਨ ਹੈ ਉਹ ਅਡੋਲਤਾ ਵਿੱਚ ਗੁਰੂ ਪਰਮੇਸ਼ਰ ਨਾਲ ਲੱਗਦਾ ਹੈ। ਨਾਨਕ ਭਗਤਾਂ ਸਦਾ ਵਿਗਾਸ। ਇਹ ਨਾਨਕ ਆਖ, ਗੁਰਬਾਣੀ ਦੀ ਵਿਚਾਰ ਸ਼ਰਵਣ ਕਰਨ ਵਾਲੇ ਭਗਤਾਂ ਦੇ ਅੰਦਰ ਖੇੜਾ ਹੁੰਦਾ ਹੈ, ਬਣਿਆ ਰਹਿੰਦਾ ਹੈ। ਸੁਣੈ ਦੁਖ ਪਾਪ ਕਾ ਨਾਸ਼। ਇਸ ਤਰ੍ਹਾਂ ਗੁਰਬਾਣੀ ਦੀ ਵਿਚਾਰ ਸ਼ਰਵਣ ਕਰਨ ਨਾਲ ਆਤਮਕ ਸ਼ਾਂਤੀ ਪ੍ਰਾਪਤ ਹੁੰਦੀ ਹੈ। ਸੁਣੈ ਸਰਾਂ ਗੁਣਾ ਕੇ ਗਾ। ਗੁਰਬਾਣੀ ਦੀ ਵਿਚਾਰ ਨੂੰ ਸ਼ਰਵਣ ਕਰਨ ਨਾਲ ਅਨੇਕਾਂ ਗੁਣਾ ਦਾ ਮਾਲਕ ਇਹ ਜੀਵ, ਇਹ ਪ੍ਰਾਣੀ ਬਣ ਜਾਂਦਾ ਹੈ। ਸੁਣੈ ਸ਼ੇਖ ਪੀਰ ਪਾਤਸ਼ਾਹ। ਤੇ ਗੁਰਬਾਣੀ ਦੀ ਵਿਚਾਰ ਸ਼ਰਵਣ ਕਰਨ ਨਾਲ ਪਤਾ ਲੱਗ ਜਾਂਦਾ ਹੈ ਸ਼ੇਖ, ਪੀਰ ਅਤੇ ਦੁਨੀਆ ਦੇ ਬਾਦਸ਼ਾਹ ਇਹ ਰੱਬ ਅੱਗੇ ਕੋਈ ਇਹਨਾਂ ਦੀ ਪਾਏ ਨਹੀਂ ਹੈ। ਰੱਬ ਅੱਗੇ ਕੁਝ ਨਹੀਂ ਹੈ, ਰੱਬ ਅੱਗੇ ਤੁਛ ਹਨ। ਤੋ ਗੁਰੂ ਪਰਮੇਸ਼ਰ ਰੱਬ ਨਾਲੋਂ ਕੋਈ ਸ਼ੇਖ, ਕੋਈ ਪੀਰ, ਕੋਈ ਦੁਨੀਆ ਦਾ ਬਾਦਸ਼ਾਹ ਵੱਡਾ ਨਹੀਂ ਹੈ। ਇਸ ਗੱਲ ਦੀ ਸਮਝ ਲੱਗ ਜਾਂਦੀ ਹੈ। ਸੁਣੈ ਅੰਧੇ ਪਾਵੈ ਰਾਹ। ਗੁਰਬਾਣੀ ਦੀ ਵਿਚਾਰ ਸ਼ਰਵਣ ਕਰਨ ਨਾਲ ਜਿਨ੍ਹਾਂ ਨੇ ਕਦੇ ਇਸ ਪਾਸੇ ਧਿਆਨ ਨਹੀਂ ਸੀ ਦਿੱਤਾ, ਇਸ ਵਿਚਾਰ ਤੋਂ ਜਿਹੜੇ ਵਾਂਝੇ ਰਹਿ ਗਏ ਸਨ, ਗੁਰਬਾਣੀ ਦੀ ਵਿਚਾਰ ਸ਼ਰਵਣ ਕਾਰਨ ਉਹਨਾਂ ਨੂੰ ਵੀ ਜ਼ਿੰਦਗੀ ਦਾ ਰਸਤਾ ਮਿਲ ਜਾਂਦਾ ਹੈ। ਜੀਵਨ ਮਨੋਰਥ ਕਿਵੇਂ ਪ੍ਰਾਪਤ ਕਰਨਾ ਹੈ ਉਹ ਰਸਤਾ ਲੱਭ ਲੈਂਦੇ ਹਨ। ਸੁਣੈ ਹਾਥ ਹੋਵੇ ਅਸਗਾਹ। ਗੁਰਬਾਣੀ ਦੀ ਵਿਚਾਰ ਸ਼ਰਵਣ ਕਰਨ ਨਾਲ ਜੋ ਸੰਸਾਰ ਸਮੁੰਦਰ ਹੈ, ਇਸ ਦੀਆਂ ਲਹਿਰਾਂ ਦੇ ਬਾਰੇ ਸੋਝੀ ਹੋ ਜਾਂਦੀ ਹੈ। ਇਸ ਵਿੱਚ ਜਿਹੜੀਆਂ ਮੋਹ ਮਾਇਆ ਦੀਆਂ ਲਹਿਰਾਂ ਚੱਲਦੀਆਂ ਹਨ, ਇਹ ਕਿਵੇਂ ਪ੍ਰਾਣੀ ਨੂੰ ਭਟਕਾਉਂਦੀਆਂ ਹਨ, ਇਸ ਦਾ ਪਤਾ ਲੱਗ ਜਾਂਦਾ ਹੈ। ਨਾਨਕ ਭਗਤਾਂ ਸਦਾ ਵਿਗਾਸ। ਇਹ ਨਾਨਕ ਆਖ, ਗੁਰਬਾਣੀ ਦੀ ਵਿਚਾਰ ਜੋ ਸ਼ਰਵਣ ਕਰਨ ਵਾਲੇ ਹਨ, ਉਹਨਾਂ ਭਗਤ ਜਨਾਂ ਦੇ ਅੰਦਰ ਖੇੜਾ ਬਣਿਆ ਰਹਿੰਦਾ ਹੈ। ਸੁਣੈ ਦੁਖ ਪਾਪ ਕਾ ਨਾਸ਼। ਇਸ ਤਰ੍ਹਾਂ ਗੁਰਬਾਣੀ ਦੀ ਵਿਚਾਰ ਸ਼ਰਵਣ ਕਰਨ ਨਾਲ ਮਨ ਦੀ ਸ਼ਾਂਤੀ ਬਣੀ ਰਹਿੰਦੀ ਹੈ। ਮੰਨੇ ਕੀ ਗਤੀ ਕਹੀ ਨਾ ਜਾਏ। ਜਿਸ ਨੇ ਮੰਨ ਲਿਆ ਹੈ, ਪਹਿਲਾਂ ਸੁਣ ਲਿਆ ਹੈ, ਸੁਣ ਕੇ ਜਿਸ ਨੇ ਪ੍ਰਵਾਨ ਕਰ ਲਿਆ ਹੈ, ਮੰਨ ਲਿਆ ਹੈ। ਕੀ ਮੰਨ ਲਿਆ ਹੈ? ਗੁਰੂ ਦਾ ਉਪਦੇਸ਼ ਮੰਨ ਲਿਆ ਹੈ। ਗੁਰਬਾਣੀ ਵਿੱਚ ਗੁਰੂ ਦਾ ਉਪਦੇਸ਼ ਜੋ ਹੈ ਉਸਨੂੰ ਧਾਰਨ ਕਰ ਲਿਆ ਹੈ। ਉਸ ਦੀ ਅਵਸਥਾ ਬਿਆਨ ਨਹੀਂ ਕੀਤੀ ਜਾ ਸਕਦੀ। ਜੇ ਕੋ ਕਹੈ ਪਿਛੈ ਪਛਤਾਏ। ਜੇ ਕੋਈ ਉਸ ਦੀ ਅਵਸਥਾ ਬਿਆਨ ਕਰਦਾ ਹੈ ਤਾਂ ਪਛਤਾਉਣਾ ਪੈਂਦਾ ਉਸਨੂੰ, ਕਿਉਂਕਿ ਉਸ ਦੀ ਜੋ ਅਵਸਥਾ ਹੈ ਉਹ ਪੂਰੀ ਕਹੀ ਨਹੀਂ ਜਾ ਸਕਦੀ। ਕਿਉਂਕਿ ਜਿਹੜਾ ਉਪਦੇਸ਼ ਮੰਨਣ ਵਾਲਾ ਹੈ, ਉਪਦੇਸ਼ ਨੂੰ ਧਾਰਨ ਕਰਨ ਵਾਲਾ ਹੈ, ਉਸ ਦੀ ਮਾਨਸਿਕ ਅਵਸਥਾ ਉੱਚੀ ਹੋ ਜਾਂਦੀ ਹੈ। ਕਾਗਜ਼ ਦੀ ਕਲਮ ਨਾ ਲਿਖਣਹਾਰ। ਕਾਗਜ਼ ਉੱਤੇ ਕਲਮ ਵੀ ਉਸ ਦੀ ਸਿਫਤ ਨਹੀਂ ਲਿਖ ਸਕਦੇ। ਮੰਨੇ ਕਾਬਹਿ ਕਰਨ ਵਿਚਾਰ। ਜਿਸ ਨੇ ਮੰਨ ਲਿਆ ਹੈ, ਉਪਦੇਸ਼ ਧਾਰਨ ਕਰ ਲਿਆ ਹੈ, ਉਸ ਦਾ ਵਿਚਾਰ ਨਹੀਂ ਕਰ ਸਕਦੇ। ਭਾਵ ਉਸ ਬਾਰੇ ਪੂਰਨ ਤੌਰ ਤੇ ਉਸ ਦਾ ਬਿਆਨ ਨਹੀਂ ਕਰ ਸਕਦੇ। ਐਸਾ ਨਾਮ ਨਿਰੰਜਨ ਹੋਏ। ਜੋ ਈਸ਼ਵਰ ਰੱਬੀ ਨਾਮ ਹੈ, ਪ੍ਰਭੂ ਦਾ ਨਾਮ ਹੈ, ਜੋ ਨਿਰੰਜਨ ਹੈ, ਮਾਇਆ ਤੋਂ ਕਾਲਕ ਤੋਂ ਰਹਿਤ ਹੈ, ਉਹ ਇਸ ਤਰ੍ਹਾਂ ਦਾ ਹੈ। ਜੇ ਕੋ ਮਨ ਨਹੀਂ ਜਾਣੈ ਮਨ ਕੋਇ। ਜਿਹੜਾ ਵੀ ਕੋਈ ਇਸ ਨੂੰ ਮਨ ਵਿੱਚ
ਧਾਰਨ ਕਰਕੇ ਦੇਖੇ, ਮਨ ਵਿੱਚ ਇਸ ਨਾਲ ਲਗਨ ਲਾ ਕੇ ਦੇਖੇ, ਤਾਂ ਫਿਰ ਉਸਨੂੰ ਇਹ ਬਰਕਤਾਂ ਮਿਲਦੀਆਂ ਹਨ। ਮੰਨੈ ਸੁਰਤਿ ਹੋਵੇ ਮਨ ਬੁੱਧੇ। ਹੁਣ ਮੰਨੈ ਸ਼ਬਦ ਹੈ, ਇਸ ਦਾ ਭਾਵ ਹੈ ਮੰਨਣ ਨਾਲ। ਗੁਰੂ ਬਾਣੀ ਦਾ ਉਪਦੇਸ਼ ਮੰਨਣ ਨਾਲ ਸੁਰਤੀ ਹੋਵੇ ਮਨ ਬੁੱਧੇ, ਸੁਰਤੀ ਉੱਚੀ ਹੁੰਦੀ ਹੈ ਅਤੇ ਮਨ ਵਿੱਚ ਜਾਗਰਤੀ ਪੈਦਾ ਹੁੰਦੀ ਹੈ, ਗੁਰੂ ਪ੍ਰਤੀ ਪਿਆਰ ਪੈਦਾ ਹੁੰਦਾ ਹੈ। ਮੰਨੈ ਸਗਲ ਭਵਨ ਕੀ ਸੁਧੇ। ਤੇ ਗੁਰਬਾਣੀ ਦਾ ਉਪਦੇਸ਼ ਮੰਨਣ ਨਾਲ ਇਹ ਪਤਾ ਲੱਗਦਾ ਹੈ ਕਿ ਸਾਰੇ ਸੰਸਾਰ ਵਿੱਚ ਪ੍ਰਭੂ ਦੀ ਜੋਤ ਹੈ, ਸਾਰਾ ਸੰਸਾਰ ਪ੍ਰਭੂ ਦਾ ਬਣਾਇਆ ਹੋਇਆ, ਉਸ ਵਿੱਚ ਉਹ ਹਾਜ਼ਰ ਹੈ। ਮੰਨੈ ਮੂੰਹ ਝੋਟਾਂ ਨਾ ਖਾਏ। ਗੁਰਬਾਣੀ ਦਾ ਉਪਦੇਸ਼ ਮੰਨਣ ਨਾਲ ਜੀਵ ਮੋਹ ਮਾਇਆ ਦੀਆਂ ਚੋਟਾਂ ਫਿਰ ਨਹੀਂ ਖਾਂਦਾ, ਇਹਨਾਂ ਤੋਂ ਬਚਦਾ ਹੈ। ਮੰਨੈ ਜਮ ਕੈ ਸਾਥ ਨਾ ਜਾਏ। ਗੁਰਬਾਣੀ ਦਾ ਉਪਦੇਸ਼ ਮੰਨਣ ਵਾਲਾ ਫਿਰ ਜਮਾਂ ਦੀ ਮਾਰ ਤੋਂ ਬਚਦਾ ਹੈ, ਭਾਵ ਮੌਤ ਦੇ ਡਰ ਤੋਂ ਰਹਿਤ ਹੁੰਦਾ ਹੈ। ਐਸਾ ਨਾਮ ਨਿਰੰਜਨ ਹੋਏ। ਤੋ ਇਸ ਤਰ੍ਹਾਂ ਦਾ ਹੈ ਪ੍ਰਭੂ ਦਾ ਪਵਿੱਤਰ ਨਾਮ। ਜੇ ਕੋ ਮਨ ਜਾਣੈ ਮਨ ਕੋਏ। ਪਰ ਜੇ ਕੋਈ ਇਸ ਨੂੰ ਆਪਣੇ ਮਨ ਵਿੱਚ ਪ੍ਰਵਾਨ ਕਰਕੇ ਦੇਖੇ, ਮੰਨ ਕੇ ਦੇਖੇ, ਤੇ ਤਾਂ ਇਹੋ ਜਿਹਾ ਨਾਮ ਜਿਹੜਾ ਹੈ ਉਹ ਆਪਣੀ ਬਰਕਤ ਕਰਦਾ ਹੈ। ਮੰਨੈ ਮਾਰਗ ਠਾਕ ਨਾ ਪਾਏ। ਗੁਰਬਾਣੀ ਦਾ ਉਪਦੇਸ਼ ਮੰਨਣ ਨਾਲ ਜੀਵਨ ਦਾ ਜੋ ਮਾਰਗ ਹੈ, ਜੀਵਨ ਦਾ ਜੋ ਸਹੀ ਮਨੋਰਥ ਹੈ, ਉਸ ਨੂੰ ਪੂਰਾ ਕਰਨ ਵਿੱਚ ਰੁਕਾਵਟ ਨਹੀਂ ਪੈਂਦੀ। ਮੰਨੈ ਪਤ ਸਿਉ ਪ੍ਰਗਟ ਜਾਏ। ਗੁਰਬਾਣੀ ਦਾ ਉਪਦੇਸ਼ ਮੰਨਣ ਵਾਲਾ ਆਦਰ ਪਾਉਂਦਾ ਹੈ। ਮੰਨੈ ਮੱਗ ਨ ਚੱਲੈ ਪੰਥ। ਗੁਰਬਾਣੀ ਦਾ ਉਪਦੇਸ਼ ਮੰਨਣ ਨਾਲ ਕੀ ਹੁੰਦਾ ਹੈ, ਪ੍ਰਾਣੀ ਗੁਰਮਤਿ ਗਾਡੀ ਰਾਹ ਉੱਤੇ ਚੱਲਦਾ ਹੈ ਤੇ ਹੋਰ ਰਸਤਿਆਂ ਉੱਪਰ ਨਹੀਂ ਜਾਂਦਾ। ਮੰਨੈ ਧਰਮ ਸੇਤੀ ਸੰਬੰਧ। ਗੁਰਬਾਣੀ ਦਾ ਉਪਦੇਸ਼ ਮੰਨਣ ਨਾਲ ਜੀਵ ਜਿਹੜਾ ਹੈ ਉਹ ਆਪਣਾ ਜੀਵਨ ਮਨੋਰਥ ਪੂਰਾ ਕਰਨ ਵਿੱਚ ਹੀ ਜੁਟਿਆ ਰਹਿੰਦਾ ਹੈ। ਐਸਾ ਨਾਮ ਨਿਰੰਜਨ ਹੋਏ। ਉਸ ਕਰਤਾ ਪੁਰਖ ਪਵਿੱਤਰ ਪ੍ਰਭੂ ਦਾ ਇਸ ਤਰ੍ਹਾਂ ਦਾ ਨਾਮ ਹੈ। ਜੇ ਕੋ ਮਨ ਜਾਣੈ ਮਨ ਕੋਏ। ਪਰ ਜੇ ਕੋਈ ਆਪਣੇ ਮਨ ਵਿੱਚ ਲਗਨ ਲਾ ਕੇ ਦੇਖੇ, ਇਹ ਮੰਨ ਕੇ ਦੇਖੇ, ਫੇਰ ਇਹ ਬਰਕਤਾਂ ਹੁੰਦੀਆਂ ਹਨ। ਮੰਨੈ ਪਾਵਹਿ ਮੋਖ ਦੁਆਰ। ਗੁਰਬਾਣੀ ਦਾ ਉਪਦੇਸ਼ ਮੰਨਣ ਨਾਲ, ਧਾਰਨ ਕਰਨ ਨਾਲ ਮੋਹ ਮਾਇਆ ਤੋਂ ਛੁਟਕਾਰਾ ਹੁੰਦਾ ਹੈ। ਮੰਨੈ ਪਰਵਾਰ ਹੈ ਸਾਧਾਰ। ਗੁਰਬਾਣੀ ਦਾ ਉਪਦੇਸ਼ ਮੰਨਣ ਨਾਲ ਇਹ ਸਰੀਰ ਜਿਹੜਾ ਹੈ, ਇਸ ਨੂੰ ਸਹਾਰਾ ਮਿਲਦਾ ਹੈ। ਪਰਿਵਾਰ ਨੂੰ, ਸਰੀਰ ਦੇ ਪਰਿਵਾਰ ਨੂੰ, ਸਰੀਰ ਦਾ ਪਰਿਵਾਰ ਕਿਹੜਾ ਹੈ, ਇਹ ਅੱਖਾਂ, ਨੱਕ, ਕੰਨ, ਇਹ ਜੋ ਇੰਦਰੇ ਹਨ, ਗਿਆਨ ਇੰਦਰੇ, ਕਰਮ ਇੰਦਰੇ ਹਨ ਸਰੀਰ ਦੇ, ਇਹਨਾਂ ਨੂੰ ਸਹਾਰਾ ਮਿਲਦਾ ਹੈ, ਇਹਨਾਂ ਨੂੰ ਸਪੋਰਟ ਮਿਲਦੀ ਹੈ। ਇਹ ਫਿਰ ਆਪਣੇ ਸਹੀ ਮਾਰਗ ਤੇ ਰਹਿੰਦੇ ਹਨ। ਮੰਨੈ ਤਰੈ ਤਾਰੇ ਗੁਰ ਸਿੱਖ। ਮੰਨਣ ਕਰਕੇ ਹੀ ਕਰਤਾ ਪੁਰਖ ਦਾ ਨਾਮ ਜਿਹੜਾ ਹੈ, ਉਸ ਨੂੰ ਮੰਨਣ ਨਾਲ ਹੀ ਜੋ ਗੁਰੂ ਹੈ ਉਹ ਆਪ ਤਰਿਆ ਹੁੰਦਾ ਹੈ ਅਤੇ ਆਪਣੇ ਸਿੱਖਾਂ ਨੂੰ ਤਾਰਨ ਦੇ ਸਮਰੱਥ ਹੁੰਦਾ ਹੈ। ਮੰਨੈ ਨਾਨਕ ਭਵੈ ਨ ਭਿਖ। ਹੇ ਨਾਨਕ ਆਖ, ਗੁਰਬਾਣੀ ਦਾ ਉਪਦੇਸ਼ ਜੋ ਮੰਨਦਾ ਹੈ, ਮੰਨਣ ਨਾਲ ਕੀ ਹੁੰਦਾ ਹੈ, ਫਿਰ ਥਾਂ ਥਾਂ ਦੇ ਉੱਤੇ ਮੁਹਤਾਜੀ ਜੀਵ ਨਹੀਂ ਕੱਢਦਾ ਫਿਰਦਾ, ਕੇਵਲ ਗੁਰੂ ਪਰਮੇਸ਼ਰ ਦਾ ਹੀ ਹੁੰਦਾ ਹੈ। ਐਸਾ ਨਾਮ ਨਿਰੰਜਨ ਹੋਏ। ਤੋ ਇਸ ਤਰ੍ਹਾਂ ਦਾ ਪਵਿੱਤਰ ਨਾਮ ਹੈ। ਜੇ ਕੋ ਮਨ ਜਾਣੈ ਮਨ ਕੋਏ। ਪਰ ਇਹ ਤਾਂ ਹੀ ਬਰਕਤਾਂ ਹੁੰਦੀਆਂ ਹਨ ਜੇ ਕੋਈ ਆਪਣੇ ਮਨ ਵਿੱਚ ਇਸ ਪ੍ਰਤੀ, ਗੁਰੂ ਪਰਮੇਸ਼ਰ ਪ੍ਰਤੀ ਲਗਨ ਲਾ ਕੇ ਦੇਖੇ, ਗੁਰਬਾਣੀ ਨਾਲ ਪਿਆਰ ਕਰਕੇ ਦੇਖੇ। ਪੰਚ ਪਰਵਾਨ ਪੰਚ ਪ੍ਰਧਾਨ। ਤੋ ਇਸ ਤਰ੍ਹਾਂ ਜੋ ਪੰਜ ਜਨ ਹੁੰਦੇ ਹਨ, ਸੁਣ ਲੈਂਦੇ ਹਨ, ਜੋ ਪ੍ਰਵਾਨ ਕਰ ਲੈਂਦੇ ਹਨ ਗੁਰੂ ਦਾ ਉਪਦੇਸ਼,
ਉਹ ਫਿਰ ਉਹਨਾਂ ਨੂੰ ਉਹ ਪ੍ਰਵਾਨ ਹੋ ਜਾਂਦੇ ਹਨ, ਉਹ ਪ੍ਰਧਾਨ ਗਿਣੇ ਜਾਂਦੇ ਹਨ, ਭਾਵ ਉਹਨਾਂ ਨੂੰ ਆਦਰ ਮਾਨ ਮਿਲਦਾ ਹੈ। ਪੰਚੇ ਪਾਵੇਂ ਦਰਗਾਹ ਮਾਨ, ਸੁਣਾ ਸੁਣਨ ਤੇ ਮੰਨਣ ਵਾਲਿਆਂ ਨੂੰ ਫਿਰ ਸੰਸਾਰ ਵੱਲੋਂ ਵੀ ਆਦਰ ਮਿਲਦਾ ਹੈ। ਪੰਚੇ ਸੋਗਾਂ ਦਰ ਰਾਜਾਨ, ਤੋ ਇਹ ਜੋ ਪੰਜ ਜਨ ਹੁੰਦੇ ਹਨ ਇਹ ਫਿਰ ਰਾਜ ਦਰਬਾਰਾਂ ਵਿੱਚ ਵੀ ਸ਼ੋਭਾ ਪਾਉਂਦੇ ਹਨ। ਪੰਚਾਂ ਕਾ ਗੁਰੂ ਏਕ ਧਿਆਨ, ਤੇ ਜੋ ਸੁਣਨ ਵਾਲੇ ਹਨ, ਮੰਨਣ ਵਾਲੇ ਹਨ ਗੁਰੂ ਦਾ ਉਪਦੇਸ਼, ਤੇ ਉਹਨਾਂ ਦਾ ਧਿਆਨ ਕੇਵਲ ਇੱਕ ਗੁਰੂ ਹੋ ਜਾਂਦਾ ਹੈ, ਪਰ ਗੁਰੂ ਪਰਮੇਸ਼ਰ ਨਾਲ ਉਹਨਾਂ ਦੀ ਸੁਰਤੀ ਲੱਗੀ ਰਹਿੰਦੀ ਹੈ। ਜੇ ਕੋ ਕਹੈ ਕਰੈ ਵਿਚਾਰ, ਤੇ ਜੇ ਕੋਈ ਇਹਨਾਂ ਦੇ ਬਾਰੇ ਕੋਈ ਕਹਿਣਾ ਚਾਹੇ, ਕਰਤੇ ਕੈ ਕਰਨਾ ਨਹੀਂ ਸ਼ੁਮਾਰ, ਉਹ ਪ੍ਰਮਾਤਮਾ ਦੇ ਜਿਹੜੇ ਕੰਮ ਹਨ ਜੋ ਉਹ ਸੰਸਾਰ ਵਿੱਚ ਕਰ ਰਿਹਾ ਹੈ, ਕੌਤਕ ਆਪਣੇ ਕਰ ਰਿਹਾ ਹੈ, ਉਹਨਾਂ ਦਾ ਕੋਈ ਅੰਤ ਨਹੀਂ ਹੈ। ਧੌਲ ਧਰਮ ਦਇਆ ਕਾ ਪੂਤ, ਧੌਲ ਧਰਮ ਸੰਸਾਰ ਦੀ ਰਚਨਾ ਵਿੱਚ ਜਿਹੜੀ ਧਰਤੀ ਹੈ ਇਹ ਧਰਮ ਦੇ ਸਹਾਰੇ ਹੈ, ਕਿਸੇ ਬਲ ਦੇ ਸਹਾਰੇ ਨਹੀਂ। ਇਹ ਜੋ ਧਰਮ ਹੈ ਇਹ ਦਇਆ ਤੋਂ ਪੈਦਾ ਹੁੰਦਾ ਹੈ, ਦਇਆ ਦਾ ਪੁੱਤਰ ਹੈ। ਸੰਤੋਖ ਥਾਪ ਰੱਖਿਆ ਜਿਨ ਸੂਤ, ਉਸ ਤੋਂ ਬਾਅਦ ਸੰਤੋਖ ਪੈਦਾ ਹੁੰਦਾ ਜਿਸ ਨੇ ਆਪਣੀ ਮਰਜ਼ਾਦਾ ਅਨੁਸਾਰ ਇਸ ਸੰਸਾਰ ਨੂੰ ਇੱਕ ਸੂਤਰ ਵਿੱਚ ਪਰੋਇਆ ਹੋਇਆ ਹੈ। ਜੇ ਕੋ ਬੁੱਝੈ ਹੋਵੇ ਸਚਿਆਰ, ਜੇ ਕੋਈ ਇਸ ਗੱਲ ਨੂੰ ਸਮਝਦਾ ਹੈ ਉਹ ਫਿਰ ਸੱਚ ਦੇ ਪ੍ਰਕਾਸ਼ ਹੋਣ ਯੋਗ ਬਣ ਜਾਂਦਾ ਹੈ। ਉਸ ਵਿੱਚ ਰੱਬੀ ਯਾਦ ਫਿਰ ਟਿਕ ਜਾਂਦੀ ਹੈ। ਤਬਲੇ ਉੱਪਰ ਕੀਤਾ ਭਾਰ, ਇਹ ਜੋ ਬਲਦ ਹੈ ਇਹ ਭਾਰ ਕਿਵੇਂ ਚੱਕ ਸਕਦਾ ਹੈ ਧਰਤੀ ਦਾ, ਧਰਤੀ ਹੋਰ ਪਰੈ ਹੋਰ ਹੋਰ। ਸੋ ਧਰਤੀ ਹੇਠ ਜੇ ਕੋਈ ਬਲਦ ਮੰਨਿਆ ਜਾਵੇ ਤਾਂ ਉਹ ਬਲਦ ਥੱਲੇ ਫਿਰ ਧਰਤੀ ਹੋਊਗੀ, ਉਹ ਧਰਤੀ ਥੱਲੇ ਫਿਰ ਬਲਦ ਹੋਏਗਾ, ਇਸ ਦਾ ਕੋਈ ਅੰਤ ਨਹੀਂ ਹੈ। ਤੋ ਇਹ ਧਰਤੀ ਜਿਹੜੀ ਹੈ ਇਹ ਤਾਂ ਧਰਮ ਦੇ ਸਹਾਰੇ ਉਸ ਦੇ ਬਣਾਏ ਹੋਏ ਰੱਬੀ ਕਾਨੂੰਨ ਜੋ ਹਨ, ਰੱਬ ਦੇ ਬਣਾਏ ਹੋਏ ਰੱਬੀ ਕਾਨੂੰਨ ਹਨ, ਉਹਨਾਂ ਦੇ ਸਹਾਰੇ ਉੱਪਰ ਹੀ ਧਰਤੀ ਖੜੀ ਹੈ। ਤਿਸ ਤੇ ਭਾਰ ਤੱਲੇ ਕਵਣ ਜ਼ੋਰ, ਤੋ ਇਸ ਤਰ੍ਹਾਂ ਅਨੇਕਾਂ ਧਰਤੀਆਂ ਦਾ ਭਾਰ ਇਹ ਬਲਦ ਕਿਵੇਂ ਚੱਕ ਸਕਦਾ ਹੈ। ਜੀ ਜ਼ਾਤ ਰੰਗਾਂ ਕੇ ਨਾਮ, ਤੋ ਸੰਸਾਰ ਵਿੱਚ ਕਈ ਇਹ ਜੀਵ ਜੰਤੂ ਜਿਹੜੇ ਕਈਆਂ ਜ਼ਾਤਾਂ ਦੇ, ਕਈਆਂ ਰੰਗਾਂ ਦੇ, ਕਈਆਂ ਨਾਵਾਂ ਦੇ ਹਨ। ਸਭਨਾ ਲਿਖਿਆ ਬੜੀ ਕਲਾਮ, ਤੋ ਇੱਕ ਲਗਾਤਾਰ ਚੱਲ ਰਹੀ ਜਿਹੜੀ ਉਸਦੀ ਕਲਮ ਹੈ, ਉਸਦਾ ਹੁਕਮ ਹੈ, ਉਸ ਮੁਤਾਬਕ ਇਹ ਸਾਰੇ ਜੀਵ ਜੰਤੂ ਜਿਹੜੇ ਹਨ ਉਹ ਸੰਸਾਰ ਤੇ ਪੈਦਾ ਹੋਏ ਹਨ। ਇਹ ਲੇਖਾ ਲਿਖ ਜਾਣੈ ਕੋਈ, ਇਹ ਜਿਹੜਾ ਲੇਖਾ ਹੈ ਇਸ ਨੂੰ ਕੋਈ ਜਾਣ ਨਹੀਂ ਸਕਦਾ। ਲੇਖਾ ਲਿਖਿਆ ਕੀਤਾ ਹੋਏ, ਸੋ ਇਹ ਕੋਈ ਲਿਖ ਵੀ ਦੇਵੇ, ਲਿਖਣਾ ਵੀ ਸ਼ੁਰੂ ਕਰ ਦੇਵੇ ਇਹ ਰੱਬ ਦਾ ਲੇਖਾ, ਤਾਂ ਫਿਰ ਵੀ ਇਹ ਪੂਰਾ ਨਹੀਂ ਲਿਖ ਸਕਦਾ। ਕੀਤਾ ਤਾਣ ਸਵਾ ਲਿਓ ਰੂਪ, ਉਹ ਕਿੱਡਾ ਬਲਵਾਨ ਹੈ, ਕਿੰਨਾ ਉਹ ਸੁੰਦਰ ਹੈ, ਉਸ ਦਾ ਰੂਪ ਭਾਵ ਉਹਦੀ ਸਿਫਤ ਸਲਾਹ ਅਤੇ ਆਪ ਉਹ ਬੜਾ ਸੁੰਦਰ ਹੈ। ਕੀਤੀ ਦਾਤ ਜਾਣੈ ਕੌਣ ਕੂਤ, ਕਿੱਡੀ ਉਹਦੀ ਬਖਸ਼ਿਸ਼ ਹੈ ਕੌਣ ਜਾਣ ਸਕਦਾ ਹੈ। ਕਿਸ ਦੇ ਕੋਲ ਹਿੰਮਤ ਹੈ, ਕਿਸ ਦੇ ਕੋਲ ਤਾਕਤ ਹੈ ਜੋ ਉਸ ਦੀਆਂ ਬਖਸ਼ਾਂ ਨੂੰ ਜਾਣ ਸਕੇ। ਕੀਤਾ ਪਸਾਓ ਏਕੋ ਕਵਾਓ, ਉਸ ਨੇ ਆਪਣੇ ਇੱਕ ਹੁਕਮ ਨਾਲ ਹੀ ਸੰਸਾਰ ਦਾ ਪਸਾਰਾ ਕੀਤਾ ਹੈ, ਭਾਵ ਉਸ ਦਾ ਜੋ ਅਟਲ ਨਿਯਮ ਹੈ ਬਣਾਇਆ ਉਸਨੇ, ਉਸ ਦੇ ਅਟਲ ਨਿਯਮ ਅਨੁਸਾਰ ਹੀ ਇਹ ਧਰਤੀ ਦਾ ਸੰਸਾਰ ਦਾ ਪਸਾਰਾ ਹੋਇਆ ਹੈ। ਤਿਸ ਤੇ ਹੋਏ ਲੱਖ ਦਰਿਆਓ,
ਤੋ ਉਸ ਪਸਾਰੇ ਤੋਂ ਫਿਰ ਅੱਗੇ ਲੱਖਾਂ ਜੀਵ ਜੰਤੂ ਬਣ ਗਏ। ਕੁਦਰਤ ਕਵਣ ਕਹਾਂ ਵਿਚਾਰ, ਕੁਦਰਤ ਕਵਣ ਮੇਰੀ ਕੀ ਤਾਕਤ ਹੈ ਕਿ ਮੈਂ ਇਸ ਰੱਬੀ ਪਸਾਰੇ ਬਾਰੇ ਕੋਈ ਵਿਚਾਰ ਕਰ ਸਕਾਂ। ਵਾਰਿਆ ਨਾ ਜਾਵਾਂ ਏਕ ਵਾਰ, ਸੋ ਮੈਂ ਇੱਕ ਵਾਰੀ ਵੀ ਸਦਕੇ ਹੋਣ ਜੋਗਾ ਨਹੀਂ ਹਾਂ। ਜੋ ਰੱਬ ਦਾ ਹੁਕਮ ਹੈ, ਕਾਨੂੰਨ ਹੈ, ਉਸਨੇ ਜੋ ਪਸਾਰਾ ਕੀਤਾ ਸੰਸਾਰ ਦਾ, ਇਸ ਤੋਂ ਇੱਕ ਵਾਰੀ ਵੀ ਸਦਕੇ ਹੋਣ ਜੋਗਾ ਨਹੀਂ। ਭਾਵ ਇਹ ਬਹੁਤ ਵੱਡਾ ਪਸਾਰਾ ਹੈ, ਸਮਝ ਤੋਂ ਬਾਹਰ ਹੈ। ਜੋ ਤੁਧ ਭਾਵ ਹੈ ਸਾਈ ਭਲੀ ਕਾਰ, ਉਹੀ ਕਾਰ ਚੰਗੀ ਹੈ, ਉਹੀ ਕੰਮ ਚੰਗਾ ਹੈ ਜੋ ਉਸ ਨੂੰ ਭਾਉਂਦਾ ਹੈ, ਜੋ ਉਸਦੇ ਨਿਯਮਾਂ ਅਨੁਸਾਰ ਹੁੰਦਾ ਹੈ। ਤੂੰ ਸਦਾ ਸਲਾਮਤੀ ਨਿਰੰਕਾਰ, ਹੇ ਨਿਰੰਕਾਰ ਤੂੰ ਤਾਂ ਸਦਾ ਹੀ ਅਟਲ ਹੈ, ਸਦਾ ਹੀ ਸਲਾਮਤ ਹੈ। ਅਸੰਖ ਜਪ ਅਸੰਖ ਭਾਵ। ਅਕਾਲ ਪੁਰਖ ਦੀ ਬਣਾਈ ਰਚਨਾ ਵਿੱਚ ਅਣਗਿਣਤ ਜੀਵ ਜਪ ਕਰ ਰਹੇ ਹਨ, ਅਣਗਿਣਤ ਜੀਵ ਪ੍ਰੇਮ ਕਰ ਰਹੇ ਹਨ, ਹੋਰਨਾਂ ਨਾਲ ਪਿਆਰ ਦਾ ਵਰਤਾਵਾ ਕਰ ਰਹੇ ਹਨ। ਅਸੰਖ ਪੂਜਾ ਅਸੰਖ ਤਪ ਤਾਓ, ਅਣਗਿਣਤ ਜੀਵ ਪੂਜਾ ਵਿੱਚ ਲੱਗੇ ਹੋਏ ਹਨ, ਅਣਗਿਣਤ ਜੀਵ ਤਪਾਂ ਨੂੰ ਤਾਉਣ ਵਿੱਚ ਲੱਗੇ ਹੋਏ ਹਨ, ਤਪ ਸਾਧਨਾ ਕਰ ਰਹੇ ਹਨ। ਅਸੰਖ ਗ੍ਰੰਥ ਮੁਖ ਵੇਦ ਪਾਠ, ਅਸੰਖਾਂ ਹੀ ਐਸੇ ਜੀਵ ਹਨ ਜਿਹੜੇ ਗ੍ਰੰਥਾਂ ਦਾ ਪਾਠ, ਵੇਦ ਆਦਿਕ ਗ੍ਰੰਥਾਂ ਦਾ ਪਾਠ ਕਰਨ ਵਿੱਚ ਰੁੱਝੇ ਹੋਏ ਹਨ। ਅਸੰਖ ਜੋਗ ਮਨ ਰਹੇ ਉਦਾਸ, ਤੋ ਅਸੰਖਾਂ ਹੀ ਅਣਗਿਣਤ ਹੀ ਜੋਗੀ ਹਨ ਜੋ ਉਦਾਸ ਰਹਿ ਰਹੇ ਹਨ, ਭਾਵ ਉਦਾਸੀ ਧਾਰਨ ਕਰਕੇ ਵਿਚਰ ਰਹੇ ਹਨ। ਅਸੰਖ ਭਗਤ ਗੁਣ ਗਿਆਨ ਵਿਚਾਰ, ਤੋ ਰੱਬੀ ਗੁਣਾਂ ਦੀ ਵਿਚਾਰ ਕਰਨ ਵਾਲੇ ਅਣਗਿਣਤ ਹੀ ਭਗਤ ਹਨ। ਅਸੰਖ ਸਤੀ ਅਸੰਖ ਦਾਤਾਰ, ਤੋ ਰੱਬ ਦੀ ਕੁਦਰਤ ਵਿੱਚ ਅਨੇਕਾਂ ਹੀ ਆਪਣੇ ਆਪ ਨੂੰ ਸਤ ਧਰਮ ਵਾਲੇ ਮਨੁੱਖ ਸਮਝਦੇ ਹਨ, ਅਨੇਕਾਂ ਹੀ ਆਪਣੇ ਆਪ ਨੂੰ ਦਾਤਾਂ ਦੇਣ ਵਾਲੇ ਵੀ ਸਮਝ ਰਹੇ ਹਨ। ਅਸੰਖ ਸ਼ੂਰ ਮੂੰਹ ਪਕਸਾਰ, ਅਣਗਿਣਤ ਹੀ ਸ਼ੂਰਵੀਰ ਹਨ, ਯੋਧੇ ਹਨ ਜਿਹੜੇ ਆਪਣੇ ਮੂੰਹ ਉੱਤੇ ਸ਼ਸਤਰਾਂ ਦੇ ਵਾਰ ਸਹਾਰ ਰਹੇ ਹਨ, ਭਾਵ ਮੋਹ ਮਾਇਆ ਦੀਆਂ ਲਹਿਰਾਂ ਤੋਂ ਜਿਹੜੇ ਬਚਣ ਵਾਲੇ ਹਨ ਉਹ ਵੀ ਅਣਗਿਣਤ ਜੀਵ ਹਨ। ਅਸੰਖ ਮੋਨੀ ਲਿਵ ਲਾਏ ਤਾਰ, ਅਣਗਿਣਤ ਜੀਵ ਮੌਨ ਧਾਰ ਕੇ ਬੈਠੇ ਹਨ, ਇੱਕ ਟਕ ਸਮਾਧੀ ਲਾ ਕੇ ਬੈਠੇ ਹੋਏ ਹਨ। ਕੁਦਰਤ ਕਵਣ ਮੇਰੀ ਕੀ ਸਮਰੱਥਾ ਹੈ ਕਹਾਂ ਵਿਚਾਰ, ਕਿ ਮੈਂ ਇਸ ਸੰਸਾਰ ਦੀ ਰਚਨਾ ਦੀ ਕੋਈ ਵਿਚਾਰ ਕਰ ਸਕਾਂ। ਵਾਰਿਆ ਨਾ ਜਾਵਾਂ ਏਕ ਵਾਰ, ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤੀ ਨਿਰੰਕਾਰ। ਅਸੰਖ ਮੂਰਖ ਅੰਧ ਘੋਰ, ਕੁਦਰਤ ਦੀ ਇਸ ਰਚਨਾ ਵਿੱਚ ਕੁਦਰਤ ਵਿੱਚ ਅਣਗਿਣਤ ਮੂਰਖ ਹਨ, ਅੰਧ ਘੋਰ ਤੇ ਵੱਡੇ ਵੱਡੇ ਮੂਰਖ ਹਨ, ਉਹ ਵੀ ਇਸ ਸੰਸਾਰ ਦੀ ਰਚਨਾ ਵਿੱਚ ਹੀ ਹਨ। ਅਸੰਖ ਚੋਰ ਹਰਾਮ ਖੋਰ, ਚੋਰ ਵੀ ਅਣਗਿਣਤ ਹਨ ਅਤੇ ਹਰਾਮ ਦਾ ਮਾਲ ਖਾਣ ਵਾਲੇ ਵੀ ਅਣਗਿਣਤ ਹਨ। ਅਸੰਖ ਅਮਰ ਕਰ ਜਾਹੇ ਜ਼ੋਰ, ਤੋ ਅਣਗਿਣਤ ਜੀਵ ਐਸੇ ਹਨ ਜਿਹੜੇ ਦੂਜਿਆਂ ਉੱਤੇ ਧੱਕੇ ਕਰ ਰਹੇ ਹਨ,
ਜ਼ੋਰ ਜ਼ੁਲਮ ਕਰ ਰਹੇ ਹਨ। ਅਸੰਖ ਗਲ ਵੱਢ ਹਤਿਆ ਕਮਾਹੇ। ਅਣਗਿਣਤ ਜੀਵ ਗਲ ਵੱਢ ਹਨ, ਗਲ ਵੱਢਣ ਵਾਲੇ ਹਨ, ਜਿਹੜੇ ਹਤਿਆ ਕਮਾ ਰਹੇ ਹਨ। ਅਸੰਖ ਪਾਪੀ ਪਾਪ ਕਰ ਜਾਏ। ਅਣਗਿਣਤ ਐਸੇ ਜੀਵ ਹਨ ਜਿਹੜੇ ਕੋਈ ਨਾ ਕੋਈ ਪਾਪ ਕਰ ਰਹੇ ਹਨ। ਅਸੰਖ ਕੂੜਿਆਰ ਕੂੜੇ ਫਿਰਾਏ। ਤੋ ਅਣਗਿਣਤ ਜੀਵ ਝੂਠ ਵਿੱਚ ਹੀ ਪ੍ਰਵਿਰਤ ਹਨ। ਅਸੰਖ ਮਲੇਸ਼ ਮਲੇਸ਼ ਮਲ ਪਾ ਕੇ ਖਾਏ। ਤੋ ਅਣਗਿਣਤ ਜੀਵ ਮਲੇਸ਼ ਹੀ ਹਨ, ਮਲੇਸ਼ ਬੁੱਧੀ ਵਾਲੇ ਹਨ, ਜਿਹੜੇ ਕਿ ਮਲ ਤੋਂ ਪਾਵੇ ਮੈਲ, ਜਿਹੜੇ ਕਿ ਮੈਲ ਭਰਿਆ ਭੋਜਨ ਜਿਹੜਾ ਉਹ ਖਾਈ ਜਾ ਰਹੇ ਹਨ। ਪਾਪ ਜਿਹੜਾ ਖਾਣ ਵਾਲਾ ਨਹੀਂ ਹੈ ਉਹ ਵੀ ਖਾਈ ਜਾ ਰਹੇ ਹਨ। ਅਸੰਖ ਨਿੰਦਕ ਸਿਰ ਕਰਹਿ ਭਾਰ। ਅਣਗਿਣਤ ਐਸੇ ਲੋਕ ਹਨ ਜਿਹੜੇ ਨਿੰਦਿਆ ਕਰ ਕਰਕੇ ਆਪਣਾ ਸਿਰ ਜਿਹੜਾ ਉਹ ਭਾਰਾ ਕਰੀ ਜਾਂਦੇ ਹਨ, ਨਿੰਦਿਆ ਦਾ ਭਾਰ ਚੁੱਕੀ ਫਿਰਦੇ ਹਨ। ਨਾਨਕ ਨੀਚ ਕਹੈ ਵਿਚਾਰ। ਸੋ ਨਾਨਕ ਨੀਚ ਤੋਂ ਭਾਵ ਹੈ ਨੀਚ ਨਾਨਕ, ਵਿਚਾਰਾ ਨਾਨਕ ਇਹ ਵਿਚਾਰ ਕਹਿੰਦਾ ਹੈ ਕਿਹੜੀ, ਵਾਰਿਆ ਨਾ ਜਾਵਾਂ ਏਕ ਵਾਰ, ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤੀ ਨਿਰੰਕਾਰ। ਅਸੰਖ ਨਾਮ ਅਸੰਖ ਥਾਮ। ਨਾਮ ਤੋਂ ਭਾਵ ਹੈ ਨਾਵਾਂ ਵਾਲੇ ਅਨੇਕ ਜੀਵ ਕੁਦਰਤ ਵਿੱਚ ਉਸਨੇ ਬੇਅੰਤ ਨਾਵਾਂ ਵਾਲੇ ਜੀਵ ਪੈਦਾ ਕੀਤੇ ਹਨ, ਜਿਨ੍ਹਾਂ ਦੇ ਟਿਕਾਣੇ ਵੀ ਥਾਂ ਵੀ ਜਿਨ੍ਹਾਂ ਦੇ ਵੱਖ-ਵੱਖ ਹਨ, ਅਣਗਿਣਤ ਹਨ। ਅਗੰਮ ਅਗੰਮ ਅਸੰਖ ਲੋ। ਤੋ ਐਸੇ ਵੀ ਧਰਤੀ ਉੱਤੇ ਸਥਾਨ ਹਨ ਜਿਨ੍ਹਾਂ ਤੇ ਪਹੁੰਚਣਾ ਕਠਿਨ ਹੈ। ਅਸੰਖ ਕਹੀਂ ਸਿਰ ਭਾਰ ਹੋਏ। ਤੋ ਇਹ ਅਸੰਖ ਸ਼ਬਦ ਵਰਤਣਾ ਵੀ ਕੁਦਰਤ ਵਾਸਤੇ ਕੋਈ ਬਹੁਤ ਵੱਡੀ ਗੱਲ ਨਹੀਂ ਹੈ। ਇਹਦੇ ਨਾਲ ਵੀ ਸਿਰ ਤੇ ਭਾਰ ਚੜ੍ਹਦਾ ਹੈ, ਭਾਵ ਅਸੰਖ ਸ਼ਬਦ ਵੀ ਛੋਟਾ ਹੈ। ਅੱਖਰੀ ਨਾਮ ਅੱਖਰੀ ਸਾਲਾ, ਕਿਉਂਕਿ ਅੱਖਰਾਂ ਨਾਲ ਹੀ ਨਾਮ ਲਿਆ ਜਾ ਸਕਦਾ ਹੈ, ਅੱਖਰਾਂ ਨਾਲ ਹੀ ਸਿਫਤ ਸਲਾਹ ਕੀਤੀ ਜਾ ਸਕਦੀ ਹੈ। ਅੱਖਰੀ ਗਿਆਨ ਅੱਖਰੀ ਗਿਆਨ ਗੀਤ ਗੁਣ ਗਾ। ਤੋ ਅੱਖਰਾਂ ਨਾਲ ਹੀ ਗਿਆਨ ਪ੍ਰਗਟ ਕੀਤਾ ਜਾ ਸਕਦਾ ਹੈ, ਅੱਖਰਾਂ ਨਾਲ ਹੀ ਗੀਤ ਗਾਏ ਜਾ ਸਕਦੇ ਹਨ, ਅਤੇ ਗੁਣ ਜਿਹੜੇ ਆ ਉਹ ਰੱਬ ਦੇ ਗੁਣ ਗਾਏ ਜਾ ਸਕਦੇ ਹਨ। ਇਹ ਸਾਰਾ ਅੱਖਰਾਂ ਨਾਲ ਹੀ ਹੁੰਦਾ ਹੈ। ਇਸ ਕਰਕੇ ਅਸੰਖ ਸ਼ਬਦ ਵਰਤਿਆ ਕਿਉਂਕਿ ਅੱਖਰਾਂ ਦੀ ਲੋੜ ਹੈ। ਅੱਖਰੀ ਲਿਖਣ ਬੋਲਣ ਬਾਣੀ। ਸੋ ਬਾਣੀ ਤੋਂ ਭਾਵ ਹੈ ਭਾਸ਼ਾ, ਬੋਲੀ ਜਿਹੜੀ ਹੈ ਇਹ ਵੀ ਅੱਖਰਾਂ ਨਾਲ ਹੀ ਲਿਖੀ ਤੇ ਬੋਲੀ ਜਾਂਦੀ ਹੈ। ਅੱਖਰਾਂ ਸਿਰੀ ਸੰਜੋਗ ਵਖਾਣ। ਸੋ ਅੱਖਰਾਂ ਦੁਆਰਾ ਹੀ ਇਹ ਜੀਵ ਦੇ ਸੰਜੋਗ ਜਿਹੜੇ ਆ ਉਹ ਲਿਖੇ ਜਾਂਦੇ ਹਨ। ਜਿਨ ਇਹ ਲਿਖੇ ਤਿਸ ਸਿਰ ਨਾਏ। ਤੋ ਜਿਸ ਪ੍ਰਭੂ ਨੇ ਇਹ ਅੱਖਰ ਲਿਖੇ ਹਨ ਜੀਵਾਂ ਦੇ ਸੰਜੋਗ ਵਾਲੇ, ਉਹਦੇ ਉੱਤੇ ਕੋਈ ਭਾਰ ਨਹੀਂ ਹੈ, ਉਹਦੇ ਸਿਰ ਦੇ ਉੱਤੇ ਕੋਈ ਲੇਖ ਨਹੀਂ ਹੈ, ਪਾਬੂ ਦਾ ਕੋਈ ਲੇਖਾ ਨਹੀਂ ਕਰ ਸਕਦਾ। ਜੇ ਫਰਮਾਏ ਤਿਵ ਤਿਵ ਪਾਏ। ਤੋ ਜੀਵ ਉਹੀ ਕੁਝ ਪ੍ਰਾਪਤ ਕਰ ਸਕਦੇ ਹਨ ਜਿਵੇਂ ਉਸਦਾ ਹੁਕਮ ਹੁੰਦਾ ਹੈ, ਜਿਵੇਂ ਉਸਦੇ ਨਿਯਮ ਬਣਾਏ ਗਏ ਹਨ। ਜਿੱਤਾ ਕੀਤਾ ਤੇਤਾ ਨਾ। ਤੋ ਜਿੰਨਾ ਵੀ ਉਸਨੇ ਸੰਸਾਰ ਇਹ ਬਣਾਇਆ ਹੈ ਇਹ ਸਾਰਾ ਹੀ ਨਾਮ ਰੂਪ ਹੈ, ਭਾਵ ਉਹ ਹਰ ਥਾਂ ਸੰਸਾਰ ਵਿੱਚ ਭਰਪੂਰ ਹੈ, ਕੋਈ ਵੀ ਥਾਂ ਉਸ ਤੋਂ ਖਾਲੀ ਨਹੀਂ। ਕੁਦਰਤ ਕਵਣ ਕਹਾਂ ਵਿਚਾਰ। ਤੋ ਮੇਰੀ ਕੀ ਸਮਰੱਥਾ ਹੈ ਕਿ ਮੈਂ ਇਸ
ਕੁਦਰਤ ਦੇ ਪਸਾਰੇ ਦੀ ਕੋਈ ਗੱਲ ਕਰ ਸਕਾਂ। ਵਾਰਿਆ ਨਾ ਜਾਵਾਂ ਏਕ ਵਾਰ, ਜੋ ਤੁਧ ਭਾਵੈ ਸਾਈ ਭਲੀ ਕਾਰ। ਤੂੰ ਸਦਾ ਸਲਾਮਤੀ ਨਿਰੰਕਾਰ, ਭਰੀਐ ਹੱਥ ਪੈਰ ਤਨ ਦੇ। ਹੱਥ ਪੈਰ ਸਰੀਰ ਦੇ ਇਹ ਭਰੀਏ ਤੋਂ ਪਾਪ ਭਰ ਜਾਣ, ਮਿੱਟੀ ਨਾਲ ਇਹ ਭਰ ਜਾਣ, ਇਹ ਮੈਲੇ ਕੁਚਾਲੇ ਹੋ ਜਾਣ। ਪਾਣੀ ਧੋਤਾ ਉਤਰ ਸੁਖੇ, ਤੋ ਖੇ ਇਹਨਾਂ ਤੇ ਜੋ ਚੜ ਜਾਏ ਤਾਂ ਉਹ ਪਾਣੀ ਨਾਲ ਉਤਰ ਜਾਂਦੀ ਹੈ। ਮੂਤ ਪਲੀਤੀ ਕਪੜੂ ਹੋਏ, ਜੇ ਕਪੜਾ ਮੈਲਾ ਕਚਾਲਾ ਹੋ ਜਾਏ, ਦੇ ਸਾਬੂਨ ਲਈਏ ਉਹ ਧੋਏ। ਉਹ ਕਪੜਾ ਵੀ ਸਾਬਣ ਨਾਲ ਧੋਇਆ ਜਾਂਦਾ ਹੈ, ਉਸਦੀ ਮੈਲ ਲੈ ਜਾਂਦੀ ਹੈ। ਭਰੀਏ ਮਾਤੀ ਪਾਪਾਂ ਕੈ ਸੰਗ, ਇੱਕ ਮਤ ਹੈ, ਇੱਕ ਅਕਲ ਹੈ ਬੰਦੇ ਦੀ, ਜਿਹੜੀ ਪਾਪਾਂ ਨਾਲ ਮੈਲੀ ਹੋ ਜਾਏ, ਉਹ ਸਾਬਣ ਨਾਲ ਜਾਂ ਪਾਣੀ ਨਾਲ ਨਹੀਂ ਧੋਤੀ ਜਾ ਸਕਦੀ। ਉਹ ਧੋਪੈ ਨਾਵੈ ਕੈ ਰੰਗ, ਉਹ ਤਾਂ ਗੁਰਬਾਣੀ ਦੀ ਵਿਚਾਰ ਨੂੰ ਸ਼ਰਵਣ ਕਰਨ ਨਾਲ, ਗੁਰਬਾਣੀ ਦੀ ਵਿਚਾਰ ਦੁਆਰਾ ਜੋ ਉਪਦੇਸ਼ ਹੈ ਉਸ ਨੂੰ ਧਾਰਨ ਕਰਨ ਨਾਲ ਹੀ ਇਹ ਜੋ ਮਤ ਹੈ ਇਹ ਬਦਲਦੀ ਹੈ। ਪੁੰਨੀ ਪਾਪੀ ਆਖਣ ਨਾਇ, ਕੋਈ ਪੁੰਨੀ ਹੈ ਕੋਈ ਪਾਪੀ ਹੈ, ਇਹ ਨਿਰਾ ਕਹਿਣ ਵਾਲੀ ਗੱਲ ਨਹੀਂ ਹੈ, ਇਹ ਠੀਕ ਹੈ। ਕਰ ਕਰ ਕਰਨਾ ਲਿਖ ਲੈ ਜਾ, ਤੋ ਜਿਵੇਂ ਜਿਵੇਂ ਕੋਈ ਪਾਪ ਕਰਦਾ ਹੈ ਪੁੰਨ ਕਰਦਾ ਹੈ, ਇਹੋ ਜਿਹੇ ਸੰਸਕਾਰ ਜਿਹੜੇ ਆ ਉਹ ਇਥੋਂ ਉਹ ਲੈ ਜਾਂਦਾ ਹੈ। ਆਪੇ ਬੀਜ ਆਪੇ ਹੀ ਖਾਓ, ਤੋ ਜੇ ਪੁੰਨ ਤੇ ਪਾਪ ਹਨ ਇਹਨਾਂ ਅਨੁਸਾਰ ਪ੍ਰਾਣੀ ਜਿਹੜਾ ਆਪ ਹੀ ਬੀਜਦਾ ਤੇ ਇਸ ਨੂੰ ਆਪ ਹੀ ਖਾਣਾ ਪੈਂਦਾ ਹੈ। ਨਾਨਕ ਹੁਕਮੀ ਆ ਵਹੁ ਜਾਓ, ਇਹ ਨਾਨਕ ਆਖ ਕਿ ਉਸਦੇ ਹੁਕਮ ਵਿੱਚ ਹੀ ਫਿਰ ਜੀਵ ਜਿਹੜਾ ਹੈ ਉਹ ਜਨਮ ਮਰਨ ਦੇ ਗੇੜ ਵਿੱਚ ਪਿਆ ਰਹੇਗਾ, ਕਿਉਂਕਿ ਜਿਹੜਾ ਉਸਨੇ ਜਿਸ ਤਰ੍ਹਾਂ ਦਾ ਫਲ ਬੀਜਿਆ ਉਸ ਤਰ੍ਹਾਂ ਦਾ ਫਲ ਉਸ ਨੂੰ ਮਿਲਣਾ ਹੈ। ਤੇ ਇਸ ਕਰਕੇ ਜੇ ਉਸਨੇ ਮਾੜਾ ਬੀਜ ਬੀਜਿਆ ਹੈ ਤਾਂ ਫਿਰ ਉਹਦਾ ਆਉਣਾ ਜਾਣਾ ਮਿਟੇਗਾ ਨਹੀਂ। ਤੀਰਥੋ ਤਪ ਦਇਆ ਦਤ ਦਾਨ, ਤੀਰਥਾਂ ਦਾ ਇਸ਼ਨਾਨ, ਤਪ ਸਾਧਣੇ, ਜੀਵਾਂ ਤੇ ਦਇਆ ਕਰਨੀ, ਦਿੱਤਾ ਹੋਇਆ ਦਾਨ, ਜੇ ਕੋ ਪਾਵੇ ਤਿਲ ਕਾ ਮਾਨ, ਇਹ ਸਾਰੇ ਐਸੇ ਹਨ ਕਿ ਇਹਨਾਂ ਨੂੰ ਕਰਨ ਨਾਲ ਜੇ ਕਿਸ ਨੂੰ ਮਿਲਦਾ ਹੈ ਤਾਂ ਉਹ ਤਿਲ ਭਰ ਦਾ ਮਾਣ, ਘੜੀ ਭਰ ਦਾ ਮਾਣ ਹੀ ਮਿਲਦਾ ਹੈ। ਕੀ ਮਿਲਦਾ ਹੈ ਕਿ ਫਲਾਨਾ ਉਹ ਤੀਰਥ ਤੇ ਨਹਾਇਆ, ਉਸਨੇ ਇੰਨਾ ਤਪ ਕਰ ਲਿਆ, ਉਸਨੇ ਇੰਨੀ ਦਇਆ ਕੀਤੀ, ਉਸਨੇ ਇੰਨਾ ਦਾਨ ਦਿੱਤਾ, ਬਸ ਇੰਨਾ ਕੀ ਆਦਰ ਉਸ ਨੂੰ ਮਿਲਦਾ ਹੈ। ਸੁਣਿਆ ਮੰਨਿਆ ਮਨ ਕੀਤਾ ਭਾਵ, ਤੋ ਜੇ ਗੁਰਬਾਣੀ ਦਾ ਉਪਦੇਸ਼ ਸੁਣ ਲਿਆ ਹੈ, ਇਹ ਕਿਸੇ ਨੇ ਮੰਨ ਲਿਆ ਹੈ, ਉਹ ਪੰਚ ਬਣ ਗਿਆ ਹੈ, ਮਨ ਵਿੱਚ ਉਸਨੇ ਗੁਰੂ ਪਰਮੇਸ਼ਰ ਨਾਲ ਪਿਆਰ ਪਾ ਲਿਆ ਹੈ, ਉਸ ਦੀ ਯਾਦ ਮਨ 'ਚ ਵਸਾ ਲਈ ਹੈ, ਗੁਰੂ ਪਰਮੇਸ਼ਰ ਦੇ ਨਿਯਮਾਂ ਅਨੁਸਾਰ ਆਪਣੇ ਆਪ ਨੂੰ ਢਾਲ ਲਿਆ ਹੈ, ਤਾਂ ਫਿਰ ਕੀ ਹੁੰਦਾ ਹੈ, ਅੰਤਰਗਤੀ ਤੀਰਥ ਮਲ ਨਹਾਓ, ਤਾਂ ਫਿਰ ਉਸਨੂੰ ਕਿਸੇ ਤੀਰਥ ਉੱਪਰ ਜਾ ਕੇ ਇਸ਼ਨਾਨ ਕਰਨ ਦੀ ਲੋੜ ਨਹੀਂ ਹੁੰਦੀ। ਉਸਦੇ ਅੰਦਰਲਾ ਜੋ ਤੀਰਥ ਹੈ ਉਹਦੇ ਉੱਤੇ ਮਲ ਮਲ ਕੇ ਉਹ ਇਸ਼ਨਾਨ ਕਰ ਲੈਂਦਾ ਹੈ। ਸਭ ਗੁਣ ਤੇਰੇ ਮੈਂ ਨਾਹੀ ਕੋਈ, ਸਾਰੇ ਗੁਣ ਜਿਹੜੇ ਹਨ ਉਹ ਮਾਲਕ ਦਿੰਦਾ ਹੈ, ਜੀਵ ਦੇ ਕੋਲ ਆਪਣਾ ਕੋਈ ਗੁਣ ਨਹੀਂ ਹੈ। ਮੈਂ ਨਾਹੀ ਕੋਈ, ਵਿਣ ਗੁਣ ਕੀਤੇ ਭਗਤੀ ਨਾ ਹੋਏ, ਪਰ ਗੁਣ ਧਾਰਨ ਕੀਤਿਆਂ ਜੀਵ ਜਿਹੜਾ ਹੈ ਉਹ ਭਗਤੀ ਵਿੱਚ ਆਪਣਾ ਮਨ ਨਹੀਂ ਲਾ ਸਕਦਾ। ਤੋ ਗੁਣਾਂ ਤੋਂ ਬਿਨਾਂ ਜੇ ਗੁਣ ਪ੍ਰਭੂ ਪੈਦਾ ਨਾ ਕਰੇ ਤਾਂ ਭਗਤੀ ਨਹੀਂ ਹੋ ਸਕਦੀ। ਸਵਸਤ ਆਥਿ ਬਾਣੀ ਬ੍ਰਹਮਾ, ਸਵਸਤ ਤੇਰੀ ਜੈ ਹੋਵੇ,
तेरी सदा ही जय जयकार होवे प्रभु। आत तू आप ही माया है, तू आप ही बाणी है, तू आप ही ब्रह्मा है। पा ब्रह्मा तेरे तो वड्डा नहीं है, तू सब कुछ आप ही है। साथी सदा तू कायम रहने वाला टल है, सुहान सोहना है। तेरे बना हुए कानून ਜਿਹੜੇ ਹਨ ਉਹ ਸੋਹਣੇ ਹਨ, ਚੰਗੇ ਹਨ। ਸਦਾ ਮਨ ਚਾਉ ਤੇ ਸਦਾ ਹੀ ਤੇਰੇ ਮਨ ਵਿੱਚ ਖੇੜਾ ਹੈ। ਭਾਵ ਤੇਰੀ ਯਾਦ ਜਿਸ ਦੇ ਮਨ ਵਿੱਚ ਹੈ ਉਹ ਖਿੜਿਆ ਰਹਿੰਦਾ ਹੈ। ਕਵਣ ਸੁਵੇਲਾ ਵਕਤ ਕਵਣ, ਕਵਣ ਥਿਤੀ ਕਵਣ ਵਾਰ, ਉਹ ਕਿਹੜਾ ਸਮਾਂ ਸੀ, ਉਹ ਕਿਹੜੀ ਥਿਤੀ ਸੀ, ਉਹ ਕਿਹੜਾ ਦਿਨ ਸੀ। ਕਵਣ ਸਰੁਤੀ ਮਾਹ ਕਵਣ, ਉਹ ਕਿਹੜੀ ਰੁੱਤ ਸੀ, ਉਹ ਮਹੀਨਾ ਕਿਹੜਾ ਸੀ। ਜਿਤ ਹੋਵਾ ਆਕਾਰ, ਜਦੋਂ ਇਹ ਸੰਸਾਰ ਹੋਂਦ ਵਿੱਚ ਆਇਆ, ਜਦੋਂ ਸੰਸਾਰ ਦੀ ਇਹ ਰਚਨਾ ਬਣੀ। ਵੇਲ ਨਾ ਪਾਈਆ ਪੰਡਤੀ, ਵੇਲ ਨਾ ਪਾਈਆ ਸਮਾਂ ਨਹੀਂ ਲੱਭਾ। ਉਹਨਾਂ ਨੂੰ ਇਹ ਸੰਸਾਰ ਕਦੋਂ ਬਣਿਆ ਇਹ ਗੱਲ ਹੱਥ ਵਿੱਚ ਨਹੀਂ ਆਈ ਪੰਡਤਾਂ ਨੂੰ। ਜੇ ਹੋਵੇ ਲੇਖ ਪੁਰਾਣ, ਜੇ ਪੰਡਤਾਂ ਨੂੰ ਇਹ ਸਮਾਂ ਲੱਭਾ ਹੁੰਦਾ ਸੰਸਾਰ ਦੇ ਬਣਨ ਦਾ, ਤਾਂ ਫਿਰ ਕੋਈ ਨਾ ਕੋਈ ਪੁਰਾਣ ਲਿਖਿਆ ਹੁੰਦਾ ਜਿਸ ਵਿੱਚ ਇਸ ਦਾ ਲੇਖ ਹੁੰਦਾ। ਵਕਤ ਨਾ ਪਾਇਓ ਕਾਦੀਆਂ, ਕਾਜ਼ੀਆਂ ਨੂੰ ਵੀ ਸੰਸਾਰ ਦੇ ਬਣਨ ਦਾ ਸਮਾਂ ਨਹੀਂ ਲੱਭਾ। ਜੇ ਲਿਖਣ ਲੇਖ ਕੁਰਾਨ, ਜੇ ਉਹਨਾਂ ਨੂੰ ਵੀ ਕੋਈ ਸਮਾਂ ਲੱਭਾ ਹੁੰਦਾ ਕਾਜ਼ੀਆਂ ਨੂੰ ਵੀ, ਤਾਂ ਉਹ ਵੀ ਕੁਰਾਨ ਵਿੱਚ ਕੋਈ ਨਾ ਕੋਈ ਇਹਦਾ ਲੇਖ ਲਿਖ ਦਿੰਦੇ। ਪਰ ਲੇਖ ਹੈ ਹੀ ਕੋਈ ਨਹੀਂ, ਇਸ ਕਰਕੇ ਉਹ ਵੀ ਸਮਾਂ ਨਾ ਲੱਭ ਸਕੇ। ਥਿਤੀ ਵਾਰਨ ਜੋਗੀ ਜਾਣੈ, ਤੋ ਜੋਗੀ ਵੀ ਇਹ ਨਹੀਂ ਜਾਣਦਾ ਕਿ ਸੰਸਾਰ ਜਦੋਂ ਬਣਿਆ ਕਿਹੜਾ ਦਿਨ ਸੀ, ਕਿਹੜੀ ਥਿਤੀ ਸੀ। ਰੁੱਤ ਮਾਹ ਨਾ ਕੋਈ, ਨਾ ਉਹ ਜਾਣਦਾ ਹੈ ਕਿਹੜੀ ਉਹ ਰੁੱਤ ਸੀ, ਨਾ ਉਹ ਜਾਣਦਾ ਹੈ ਕਿਹੜਾ ਉਹ ਮਹੀਨਾ ਸੀ ਜਦੋਂ ਸੰਸਾਰ ਬਣਿਆ। ਜਾ ਕਰਤਾ ਸਿਰ ਠੀਕੋ ਸਾਜੇ, ਆਪੇ ਜਾਣੈ ਸੋਈ। ਤੋ ਜਿਹੜਾ ਕਰਤਾ ਸੰਸਾਰ ਦਾ ਹੈ, ਜਿਹੜਾ ਕਰਤਾ ਪੁਰਖ ਇਸ ਨੇ ਸੰਸਾਰ ਨੂੰ ਬਣਾਇਆ, ਉਹੀ ਜਾਣਦਾ ਹੈ ਇਹ ਸੰਸਾਰ ਕਦੋਂ ਬਣਿਆ ਹੈ। ਕਿਵ ਕਰ ਆਖਾਂ ਕਿਵ ਸਾ ਲਾਹੀ, ਕਿਉਂ ਵਰਨੀ ਕਿਵ ਜਾਣਾ। ਤੋ ਮੈਂ ਕਿਵੇਂ ਇਹ ਗੱਲ ਆਖਾਂ, ਕਿਵੇਂ ਸਿਫਤਸਲਾ ਕਰਾਂ, ਕਿਵੇਂ ਮੈਂ ਬਿਆਨ ਕਰਾਂ, ਕਿਸ ਤਰ੍ਹਾਂ ਇਸ ਨੂੰ ਮੈਂ ਸਮਝਾਂ। ਤੋ ਅਕਾਲ ਪੁਰਖ ਦੀ ਜੋ ਵਡਿਆਈ ਹੈ ਕਰਤਾ ਪੁਰਖ ਦੀ, ਉਹ ਕਿਵੇਂ ਵਰਣਨ ਕਰਾਂ, ਇਹ ਵਰਣਨ ਕੀਤੀ ਨਹੀਂ ਜਾ ਸਕਦੀ। ਨਾਨਕ ਆਖਣ ਸਭ ਕੋ ਆਖੈ, ਆਖਣ ਨੂੰ ਤਾਂ ਇਹ ਨਾਨਕ ਸਭ ਕੋਈ ਆਖਦਾ ਹੈ, ਹਰ ਕੋਈ ਆਖ ਰਿਹਾ ਹੈ। ਇੱਕ ਦੂਜੇ ਨਾਲੋਂ ਆਪਣੇ ਆਪ ਨੂੰ ਸਿਆਣਾ ਸਮਝ ਕੇ ਜੋ ਰੱਬ ਹੈ ਕਰਤਾ ਪੁਰਖ ਹੈ ਉਸ ਦੀ ਮਹਿਮਾ ਦੱਸਣ ਦਾ ਯਤਨ ਕਰ ਰਿਹਾ ਹੈ, ਪਰ ਫਿਰ ਵੀ ਦੱਸ ਨਹੀਂ ਸਕਦਾ। ਵੱਡਾ ਸਾਹਿਬ ਵੱਡੀ ਨਾਈ, ਉਹ ਮਾਲਕ ਜਿਹੜਾ ਹੈ ਉਹ ਬਹੁਤ ਵੱਡਾ ਹੈ ਤੇ ਵੱਡੀ ਨਾਈ, ਉਹਦੀ ਜਿਹੜੀ ਵਡਿਆਈ ਹੈ ਇਹ ਵੀ ਬੜੀ ਉੱਚੀ ਹੈ। ਕੀਤਾ ਜਾ ਕਾ ਹੋਵੇ, ਸੰਸਾਰ ਵਿੱਚ ਜੋ ਕੁਝ ਹੋ ਰਿਹਾ ਹੈ ਇਹ ਉਸ ਦੇ ਨਿਯਮਾਂ ਅਨੁਸਾਰ ਹੀ ਹੋ ਰਿਹਾ ਹੈ। ਨਾਨਕ ਜੇ ਕੋ ਆਪੋ ਜਾਣੈ, ਇਹ ਨਾਨਕ ਆਖ ਜੇ ਕੋਈ ਆਪਣੇ ਅਕਲ ਦੇ ਸਹਾਰੇ ਕੋਈ ਸਮਝਣ ਦਾ ਯਤਨ ਕਰੇ, ਉਸ ਦੀ ਵਡਿਆਈ ਪਾਉਣ ਦਾ, ਉਸ ਦੀ ਵਡਿਆਈ ਦਾ ਕੋਈ ਅੰਤ ਪਾਉਣ ਦਾ ਯਤਨ ਕਰੇ, ਅੱਗੇ ਗਿਆ ਨਾ ਸੋਏ, ਤਾਂ ਫਿਰ ਉਸ ਨੂੰ ਆਦਰ ਮਾਣ ਨਹੀਂ ਮਿਲਦਾ, ਉਸ ਨੂੰ ਮੂੰਹ ਦੀ ਖਾਣੀ ਪੈਂਦੀ ਹੈ, ਕਿਉਂਕਿ ਵਡਿਆਈ ਪੂਰੀ ਕਰ ਨਹੀਂ ਸਕਦਾ। ਪਾਤਾਲਾਂ ਪਾਤਾਲ ਲੱਖ, ਆਗਾਸ਼ਾਂ ਆਗਾਸ਼। ਤੋ ਇਹ ਜਿਹੜੇ ਵੇਦ ਆਦਿਕ ਧਾਰਮਿਕ ਪੁਸਤਕ ਹਨ ਇਹ ਕਹਿੰਦੇ ਹਨ ਕਿ ਪਤਾਲਾਂ ਥੱਲੇ ਹੋਰ ਪਤਾਲ ਹਨ, ਆਕਾਸ਼ਾਂ ਦੇ ਉੱਤੇ ਹੋਰ ਆਕਾਸ਼ ਹਨ। ਤੋ ਰਿਸ਼ੀ ਮੁਨੀ ਜਿਹੜੇ ਆ ਇਹ ਵੇਦਾਂ ਵਿੱਚ ਇਸ ਤਰ੍ਹਾਂ ਕਹਿੰਦੇ ਹਨ। ਓੜਕ ਓੜਕ ਭਾਲ ਥੱਕੇ, ਵੇਦ ਕਹਨ ਇੱਕ ਬਾਤ। ਤੋ ਇਸ ਤਰ੍ਹਾਂ
ਜਿਹੜੇ ਰਿਸ਼ੀ ਮੁਨੀ ਉਹ ਵੀ ਅਖੀਰਲੇ ਰੱਬ ਦੇ ਬਣਾਏ ਅਖੀਰਲੇ ਬੰਨਿਆਂ ਦੀ ਭਾਲ ਕਰਦੇ ਕਰਦੇ ਥੱਕ ਗਏ। ਉਹ ਵੀ ਉਸ ਰੱਬ ਦਾ ਜਿਹੜਾ ਉਰਲਾ ਪਾਰਲਾ ਬੰਨਾ ਆ ਉਹ ਲੱਭ ਨਹੀਂ ਸਕੇ ਅਤੇ ਇੱਕ ਜ਼ੁਬਾਨ ਹੋ ਕੇ ਉਹ ਕਹਿੰਦੇ ਹਨ ਕਿ ਇਹ ਰੱਬ ਦਾ ਭੇਦ ਨਹੀਂ ਪਾਇਆ ਜਾ ਸਕਦਾ। ਸਹਸ 18 ਕਾਇਨ ਕਤੇਬਾਂ, ਸਹਸ 18 ਇਸ ਤੋਂ ਭਾਵ ਹੈ 18,000 ਆਲਮ। ਕਾਹਨ ਕਤੇਬਾਂ, ਸੋ ਕਤੇਬਾਂ ਕਹਿੰਦੀਆਂ ਹਨ ਈਸਾਈ ਮਤ ਦੇ, ਇਸਲਾਮ ਮਤ ਆਦਿਕ ਦੀਆਂ ਜੋ 4 ਕਿਤਾਬਾਂ ਹਨ ਉਹ ਹਨ ਕੁਰਾਨ, ਅੰਜੀਲ, ਤੌਰੇਤ ਤੇ ਜ਼ੰਬੂਰ। ਇਹ ਸਾਰੇ ਪੁਕਾਰ ਰਹੇ ਹਨ ਅਸੁੱਲੂ ਇੱਕ ਧਾਤ। ਅਸੁੱਲੂ ਤੋਂ ਭਾਵ ਹੈ ਅਸਲ ਵਿੱਚ ਜੋ ਪ੍ਰਭੂ ਪਾਤਸ਼ਾਹ ਹੈ ਉਹੀ ਇੱਕੋ ਇੱਕ ਕਰਤਾ ਪੁਰਖ ਹੈ, ਉਹੀ ਇੱਕੋ ਇੱਕ ਅਕਾਲ ਪੁਰਖ ਹੈ ਤੇ ਉਸ ਦਾ ਲੇਖਾ ਨਹੀਂ ਲਿਖਿਆ ਜਾ ਸਕਦਾ। ਇਹ ਗੱਲ ਇਹ ਸਾਰੇ ਕਹਿ ਰਹੇ ਹਨ। ਲੇਖਾ ਹੋਏ ਤਾਂ ਲਿਖੀਐ, ਕਿਉਂਕਿ ਉਸ ਦਾ ਲੇਖਾ ਜੇ ਕੋਈ ਕਰ ਸਕਦਾ ਹੋਵੇ ਤਾਂ ਹੀ ਲਿਖਿਆ ਜਾ ਸਕਦਾ ਹੈ, ਉਸ ਦਾ ਲੇਖਾ ਹੋ ਨਹੀਂ ਸਕਦਾ। ਲੇਖਾ ਹੋਏ ਵਿਨਾਸ਼, ਤੋਂ ਲਿਖਦਿਆਂ ਲਿਖਦਿਆਂ ਲੇਖਾ ਹੀ ਮੁੱਕ ਜਾਂਦਾ ਹੈ, ਲੇਖੇ ਦਾ ਵਿਨਾਸ਼ ਹੋ ਜਾਂਦਾ ਹੈ। ਭਾਵ ਲੇਖਾ ਜਿਹੜਾ ਹੈ ਉਹਦਾ ਲੇਖੇ ਦਾ ਖਾਤਮਾ ਹੋ ਜਾਂਦਾ। ਗਿਣਤੀ ਦੇ ਹਿੰਸੇ ਜਿਹੜੇ ਆ ਉਹ ਹੀ ਮੁੱਕ ਜਾਂਦੇ ਹਨ, ਪਰ ਲੇਖਾ ਇਹ ਫੇਰ ਹੁੰਦਾ ਹੈ। ਸੋ ਗਿਣਤੀ ਕਰਨ ਵਾਲੇ ਹਿੰਸੇ ਜਿਹੜੇ ਆ ਉਹ ਮੁੱਕ ਜਾਂਦੇ ਹਨ, ਲੇਖਾ ਨਹੀਂ ਮੁੱਕਦਾ। ਨਾਨਕ ਵੱਡਾ ਆਖੀਐ, ਇਹ ਨਾਨਕ ਆਖ ਉਸ ਨੂੰ ਵੱਡਾ ਆਖਣਾ ਚਾਹੀਦਾ ਹੈ। ਆਪੇ ਜਾਣੈ ਆਪ, ਉਹ ਆਪਣਾ ਲੇਖਾ ਆਪ ਹੀ ਜਾਣਦਾ ਹੈ। ਸਾਲਾਹੀ ਸਾਲਾਹ, ਸਾਲਾਹੀ ਨੂੰ ਜੋ ਪ੍ਰਭੂ ਪਾਤਸ਼ਾਹ ਹੈ ਜਿਹਦੀ ਸਿਫਤ ਸਲਾਹ ਕੀਤੀ ਜਾ ਸਕਦੀ ਹੈ, ਉਸ ਨੂੰ ਸਲਾਹ ਕੇ ਉਹਦੀਆਂ ਸਿਫਤਾਂ ਕਰ ਕਰਕੇ ਇਤੀ ਸੁਰਤੀ ਨਾ ਪਾਈ ਹੈ। ਇੰਨੀ ਸੁਰਤੀ ਵੀ ਕਿਸੇ ਨੇ ਨਹੀਂ ਪ੍ਰਾਪਤ ਕੀਤੀ ਕਿ ਉਹਦੀ ਸਿਫਤ ਸਲਾਹ ਪੂਰੀ ਉਹ ਕਰ ਸਕੇ। ਨਦੀਆਂ ਅਤੈ ਵਾ ਪਵੈ ਸਮੁੰਦੇ ਨਾ ਜਾਣੀਐ, ਜਿਸ ਤਰ੍ਹਾਂ ਨਦੀਆਂ ਅਤੇ ਨਾਲੇ ਜਿਹੜੇ ਵਗ ਰਹੇ ਹਨ ਭਾਵੇਂ ਸਮੁੰਦਰ ਵਿੱਚ ਪੈ ਜਾਂਦੇ ਹਨ, ਨਾ ਜਾਣੀਐ, ਫਿਰ ਪਛਾਣੇ ਨਹੀਂ ਜਾਂਦੇ ਕਿਹੜੀ ਨਦੀ ਸੀ ਤੇ ਕਿਹੜਾ ਇੱਥੇ ਨਾਲਾ ਸੀ ਸਮੁੰਦਰ ਵਿੱਚ ਪਿਆ ਹੋਇਆ, ਪਛਾਣੇ ਨਹੀਂ ਜਾਂਦੇ। ਇਸੇ ਤਰ੍ਹਾਂ ਹੀ ਉਸ ਦੀ ਸਿਫਤ ਸਲਾਹ ਕਰਨ ਵਾਲੇ ਜਿਹੜੇ ਆ ਉਹ ਉਸ ਵਿੱਚ ਹੀ ਲੀਨ ਹੋ ਜਾਂਦੇ ਹਨ, ਅੰਤ ਨਹੀਂ ਪਾ ਸਕਦੇ। ਸਮੁੰਦ ਸ਼ਾਹ ਸੁਲਤਾਨ, ਗਿਰਾ ਸੇਤੀ ਮਾਲ ਧਨ, ਉਸ ਸਮੁੰਦਰਾਂ ਦੇ ਬਾਦਸ਼ਾਹ ਸੁਲਤਾਨ ਜਿਨ੍ਹਾਂ ਨੇ ਪਹਾੜਾਂ ਜਿੱਡੇ ਜਿੱਡੇ ਧਨ ਦੇ ਢੇਰ ਇਕੱਠੇ ਕੀਤੇ ਹੋਏ ਹਨ। ਕੀੜੀ ਤੁਲ ਨਾ ਹੋਵਨੀ, ਜੇ ਤਿਸ ਮਨੋ ਨਾ ਵਿਸਰੈ, ਉਹ ਤਾਂ ਇੱਕ ਕੀੜੀ ਦੇ ਬਰਾਬਰ ਵੀ ਨਹੀਂ ਹੁੰਦੇ। ਹੇ ਪ੍ਰਭੂ, ਜੇ ਤੂੰ ਉਸ ਕੀੜੀ ਦੇ ਮਨ ਵਿੱਚੋਂ ਨਿਕਲੇ ਨਾ, ਉਸਦੇ ਮਨ 'ਚ ਵਸੇ ਰਹੇ, ਭਾਵ ਜਿਹੜੇ ਛੋਟੇ ਮੋਟੇ ਜੀਵ ਜੰਤੂ ਹਨ ਜਿਨ੍ਹਾਂ ਨੂੰ ਲੋਕ ਮਾੜੇ ਆਖਦੇ ਹਨ, ਜੇ ਉਹਨਾਂ ਵਿੱਚ ਈਸ਼ਵਰ ਦੀ ਯਾਦ ਹੈ, ਗੁਰੂ ਪਰਮੇਸ਼ਰ ਦੀ ਯਾਦ ਹੈ, ਤਾਂ ਉਹ ਸਮੁੰਦਰਾਂ ਦੇ ਬਾਦਸ਼ਾਹ ਨਾਲੋਂ ਵੀ ਕਿਤੇ ਉੱਚੇ ਹਨ। ਅੰਤ ਨਾ ਸਿਫਤੀ ਕਾਹਨ ਨਾ ਅੰਤ, ਰੱਬ ਦੀਆਂ ਸਿਫਤਾਂ ਦਾ ਅਤੇ ਉਹਦੀਆਂ ਸਿਫਤਾਂ ਦੇ ਕਹਿਣ ਦਾ ਕੋਈ ਅੰਤ ਨਹੀਂ ਹੈ। ਅੰਤ ਨਾ ਕਰਨਾ, ਦੇਣ ਨਾ ਅੰਤ। ਉਸ ਦੇ ਕੀਤੇ ਕੰਮਾਂ ਦਾ ਅਤੇ ਜੋ ਉਹ ਦੇ ਰਿਹਾ ਹੈ
ਇਹਦਾ ਵੀ ਕੋਈ ਅੰਤ ਨਹੀਂ ਪਾ ਸਕਦਾ। ਅੰਤ ਨਾ ਵੇਖਣੇ ਸੁਣਨੇ ਨਾ ਅੰਤ, ਸੋ ਨਾ ਵੇਖਣ ਵਿੱਚ ਅਤੇ ਨਾ ਸੁਣਨ ਵਿੱਚ ਕੋਈ ਵੀ ਉਸ ਦੇ ਗੁਣਾਂ ਦਾ ਉਰਲਾ ਪਾਰਲਾ ਬੰਨਾ ਨਹੀਂ ਲੱਭ ਸਕਦਾ। ਅੰਤ ਨਾ ਜਾਪੈ ਕਿਆ ਮਨ ਮੰਤ, ਤੇ ਇਹਦਾ ਵੀ ਕੋਈ ਅੰਤ ਨਹੀਂ ਹੈ ਕਿ ਉਸ ਦੇ ਮਨ ਵਿੱਚ ਕੀ ਹੈ, ਕਿਹੜੀ ਸਲਾਹ ਹੈ। ਭਾਵ ਜੋ ਰੱਬ ਦੇ ਬਣਾਏ ਗਏ ਨਿਯਮ ਹਨ, ਕਾਨੂੰਨ ਬਣਾਏ ਗਏ ਹਨ, ਜਿਨ੍ਹਾਂ ਨਾਲ ਸ੍ਰਿਸ਼ਟੀ ਚੱਲ ਰਹੀ ਹੈ, ਇਹਨਾਂ ਦਾ ਕੋਈ ਅੰਤ ਨਹੀਂ ਪਾ ਸਕਦਾ। ਅੰਤ ਨਾ ਜਾਪੈ ਪਾਰਾਵਾਰ, ਤੇ ਉਸ ਦੇ ਬਣਾਏ ਗਏ ਜੇ ਕਾਨੂੰਨ ਹਨ, ਨਿਯਮ ਹਨ, ਉਹਨਾਂ ਦਾ ਉਰਲਾ ਪਾਰਲਾ ਬੰਨਾ ਕੋਈ ਲੱਭ ਨਹੀਂ ਸਕਦਾ। ਅੰਤ ਕਾਰਨ ਕਿਤੇ ਬਿਲ ਲਾਏ, ਸੋ ਇਹ ਅੰਤ ਲੱਭਣ ਵਾਸਤੇ ਬਹੁਤ ਸਾਰੇ ਜਿਹੜੇ ਉਹ ਕੋਸ਼ਿਸ਼ ਕਰ ਰਹੇ ਹਨ, ਬਹੁਤ ਸਾਰੇ ਯਤਨ ਕਰ ਰਹੇ ਹਨ, ਬਿਲ ਲਾ ਰਹੇ ਹਨ, ਭਾਵ ਤਰਲੇ ਲੈ ਰਹੇ ਹਨ, ਤਾਂ ਕਿ ਅੰਤ ਨਾ ਪਾਏ ਜਾਏ। ਪਰ ਉਸਦੇ ਜਿਹੜੇ ਅੰਤ ਹੈ ਉਹਨਾਂ ਨੂੰ ਪਾਉਣਾ ਸੌਖਾ ਨਹੀਂ ਹੈ, ਉਸ ਦੇ ਬਣਾਏ ਗਏ ਨਿਯਮਾਂ ਨੂੰ ਸਮਝਣਾ ਸੌਖਾ ਨਹੀਂ ਹੈ। ਇਹੋ ਅੰਤ ਨਾ ਜਾਣੈ ਕੋਈ, ਤੋ ਉਸ ਦਾ ਜੋ ਅੰਤ ਹੈ ਇਹ ਕਿਸੇ ਨੂੰ ਨਹੀਂ ਪਤਾ। ਉਸ ਦੇ ਬਣਾਏ ਗਏ ਜੋ ਨਿਯਮ ਹਨ ਉਹਨਾਂ ਨੂੰ ਕੋਈ ਸਮਝ ਨਹੀਂ ਸਕਦਾ। ਬਹੁਤਾ ਕਹੀਏ ਬਹੁਤਾ ਹੋਏ, ਤੋ ਜਿੰਨਾ ਕੋਈ ਕਹੀ ਜਾਂਦਾ ਹੈ ਉਹ ਤੋਂ ਜ਼ਿਆਦਾ ਵੱਡਾ ਬਿਆਨ ਹੋਰ ਹੋਈ ਜਾਂਦਾ ਹੈ। ਭਾਵ ਕਹਿਣ ਨਾਲ ਅੰਤ ਨਹੀਂ ਪਾਇਆ ਜਾ ਸਕਦਾ। ਵੱਡਾ ਸਾਹਿਬ ਉੱਚਾ ਥਾਂ, ਉਹ ਮਾਲਕ ਬਹੁਤ ਵੱਡਾ ਹੈ। ਉੱਚਾ ਥਾਂ, ਉਸ ਦਾ ਟਿਕਾਣਾ ਜਿਹੜਾ ਹੈ ਉਹ ਵੀ ਬਹੁਤ ਉੱਚਾ ਹੈ। ਭਾਵ ਉਸ ਤੱਕ ਪਹੁੰਚ ਕਰਨੀ, ਉਸ ਦੇ ਨਿਯਮਾਂ ਨੂੰ ਸਮਝਣਾ ਸੌਖਾ ਨਹੀਂ ਹੈ। ਉੱਚੇ ਉੱਪਰ ਉੱਚਾ ਨਾਉ, ਤੇ ਇਹ ਉੱਚੇ ਤੋਂ ਉੱਚਾ ਹੈ, ਉੱਚਾ ਹੀ ਉਸ ਦਾ ਨਾਮਣਾ ਹੈ, ਜਿਸ ਤੱਕ ਪਹੁੰਚ ਨਹੀਂ ਹੋ ਸਕਦੀ। ਏਵਡ ਉੱਚਾ ਹੋਵੇ ਕੋਈ, ਤੋ ਜੇ ਕੋਈ ਏਡਾ ਵੱਡਾ ਹੋਵੇ, ਜਿੱਡਾ ਵੱਡਾ ਉਹ ਕਰਤਾ ਪੁਰਖ ਹੈ, ਤਿਸ ਉੱਚੇ ਕੋ ਜਾਣੈ ਸੋ, ਫਿਰ ਉਸ ਉੱਚੇ ਨੂੰ ਸਮਝ ਸਕਦਾ ਹੈ। ਪਰ ਉਸ ਜਿੱਡਾ ਕੋਈ ਵੱਡਾ ਕੋਈ ਹੋਰ ਹੈ ਹੀ ਨਹੀਂ ਹੈ, ਇਸ ਕਰਕੇ ਉਸ ਨੂੰ ਕੋਈ ਜਾਣ ਨਹੀਂ ਸਕਦਾ। ਉਸ ਦੇ ਨਿਯਮ ਬਣਾਏ ਗਏ ਹਨ, ਕਾਨੂੰਨ ਬਣਾਏ ਗਏ ਹਨ, ਉਹਨਾਂ ਨੂੰ ਕੋਈ ਸਮਝ ਨਹੀਂ ਸਕਦਾ। ਜੇਵੜ ਆਪ ਜਾਣੇ ਆਪ ਆਪ, ਤੋ ਜਿੱਡਾ ਵੱਡਾ ਉਹ ਆਪ ਹੈ, ਜਿੰਨੇ ਵੱਡੇ ਉਸਨੇ ਆਪ ਕਾਨੂੰਨ ਬਣਾਏ, ਨਿਯਮ ਬਣਾਏ ਹਨ ਸੰਸਾਰ ਨੂੰ ਚਲਾਉਣ ਵਾਲੇ, ਉਹਨਾਂ ਨੂੰ ਇਹ ਆਪ ਹੀ ਜਾਣਦਾ ਹੈ। ਨਾਨਕ ਨਦਰੀ ਕਰਮੀ ਦਾਤੇ, ਇਹ ਨਾਨਕ ਆਖ, ਤੇ ਜਿਹੜੀ ਵੀ ਕਿਸੇ ਨੂੰ ਕੋਈ ਬਖਸ਼ਿਸ਼ ਹੁੰਦੀ ਹੈ, ਕੋਈ ਕਿਸੇ ਨੂੰ ਕੋਈ ਦਾਤ ਹੀ ਮਿਲਦੀ ਹੈ, ਉਹ ਉਹਦੀ ਨਜ਼ਰ ਨਾਲ, ਮਿਹਰ ਨਾਲ ਮਿਲਦੀ ਹੈ। ਭਾਵ ਉਸ ਦੇ ਨਿਯਮਾਂ ਅਨੁਸਾਰ, ਬਣਾਏ ਗਏ ਨਿਯਮਾਂ ਅਨੁਸਾਰ ਚੱਲਣ ਨਾਲ ਹੀ ਮਿਲਦੀ ਹੈ, ਨਿਯਮਾਂ ਦੇ ਉਲੰਘਣ ਕਰਨ ਨਾਲ ਨਹੀਂ ਮਿਲਦੀ। ਬਹੁਤਾ ਕਰਮ ਲਿਖਿਆ ਨਾ ਜਾਏ, ਤਾਂ ਉਹਦੀ ਜਿਹੜੀ ਬਖਸ਼ਿਸ਼ ਹੈ ਉਹ ਬਹੁਤ ਵੱਡੀ ਹੈ। ਬਹੁਤਾ ਕਰਮ, ਇਸ ਨੂੰ ਕੋਈ ਲਿਖ ਨਹੀਂ ਸਕਦਾ, ਲਿਖ ਕੇ ਦੱਸ ਨਹੀਂ ਸਕਦਾ ਕਿ ਉਹਦੀ ਬਖਸ਼ਿਸ਼ ਜਿਹੜੀ ਹੈ ਕਿੱਡੀ ਵੱਡੀ ਹੈ। ਵੱਡਾ ਦਾਤਾ ਤਿਲ ਨਾ ਤਮਾਏ, ਉਹ ਆਪ ਬਹੁਤ ਵੱਡਾ ਦਾਤਾ ਹੈ, ਦਾਤਾਂ ਦੇਣ ਵਾਲਾ ਹੈ, ਤੇ ਉਸ ਨੂੰ ਕਿਸੇ ਤਰ੍ਹਾਂ ਦਾ ਵੀ ਕੋਈ ਤਮਾ ਜਾਂ ਲਾਲਚ ਉਸ ਨੂੰ ਨਹੀਂ ਹੈ। ਕੀਤੇ ਮੰਗੈ ਜੋਧ ਪਾਰ, ਉਸ ਦੇ ਦਰ ਤੋਂ ਬੜੇ ਬੜੇ ਯੋਧੇ ਜਿਹੜੇ ਉਹ ਮੰਗ ਰਹੇ ਹਨ। ਕੀਤਿਆਂ ਗਿਣਤ ਨਹੀਂ ਵਿਚਾਰ, ਤੇ ਹੋਰ ਅਣਗਿਣਤ ਹਨ ਮੰਗਣ ਵਾਲੇ ਜਿਨ੍ਹਾਂ ਦੀ ਵਿਚਾਰ ਨਹੀਂ ਹੋ ਸਕਦੀ, ਬਹੁਤ ਹਨ। ਕੀਤੇ ਖਪੀ ਟੁੱਟੈ ਬੇਕਾਰ, ਤੋ ਕਈ ਐਸੇ ਵੀ ਜੀਵ ਹਨ ਜਿਹੜੇ ਉਹਦੀਆਂ ਦਾਤਾਂ ਵਰਤ ਕੇ, ਜਿਹੜੇ ਆਪ ਉਹਨਾਂ ਦਾ ਨਾਜਾਇਜ਼ ਫਾਇਦਾ ਉਠਾ ਕੇ
ਇਹ ਗਲਤ ਉਹਨਾਂ ਨੂੰ ਵਰਤ ਕੇ ਤਾਂ ਮੋਹ ਮਾਇਆ ਦੇ ਵਿੱਚ ਖਪ ਕੇ ਉਹ ਨਾਸ਼ ਹੁੰਦੇ ਹਨ। ਕੀਤੇ ਲੈ ਲੈ ਮੁਕਰ ਪਾਏ। ਮੁਕਰ ਸ਼ਬਦ ਜੋ ਪੁਰਾਤਨ ਬੀੜਾਂ ਹਨ ਉਹਨਾਂ ਵਿੱਚ ਦਾਇਰੇ ਨੂੰ ਸਿਹਾਰੀ ਨਾਲ ਆਉਂਦਾ ਹੈ। ਛਾਪੇ ਵਾਲੀ ਬੀੜ ਵਿੱਚ ਇੱਥੇ ਔਂਕੜ ਹੈ। ਸਕੇਤੇ ਲੈ ਲੈ ਮੁਕਰ ਪਾਏ। ਸੋ ਕਈ ਐਸੇ ਵੀ ਜੀਵ ਹਨ ਜਿਹੜੇ ਉਸ ਤੋਂ ਸਭ ਕੁਝ ਲੈ ਵੀ ਰਹੇ ਹਨ, ਕੁਦਰਤ ਦੇ ਨਿਯਮਾਂ ਅਨੁਸਾਰ ਉਹਨਾਂ ਨੂੰ ਮਿਲ ਵੀ ਰਿਹਾ ਹੈ, ਪਰ ਫਿਰ ਵੀ ਉਹ ਕਹਿੰਦੇ ਨੇ ਉਹਨਾਂ ਨੂੰ ਕੁਛ ਨਹੀਂ ਮਿਲ ਰਿਹਾ, ਮੁੱਕਰੀ ਜਾਂਦੇ ਹਨ। ਕਿਤੇ ਮੂਰਖ ਖਾਹੀ ਖਾਏ। ਤੋ ਇਸ ਤਰ੍ਹਾਂ ਦੇ ਮੂਰਖ ਵੀ ਸੰਸਾਰ ਵਿੱਚ ਹਨ ਜਿਹੜੇ ਖਾਈ ਚਲੇ ਜਾਂਦੇ ਹਨ ਪਰ ਉਹ ਮੁੱਕਰਦੇ ਵੀ ਹਨ ਨਾਲ ਨਾਲ। ਕੇਤਿਆਂ ਦੋਖ ਭੋਗ ਸਦ ਮਾਰ। ਐਸੇ ਜੀਵ ਵੀ ਹਨ ਜਿਨ੍ਹਾਂ ਨੂੰ ਸਦਾ ਹੀ ਕੋਈ ਨਾ ਕੋਈ ਦੁੱਖ ਅਤੇ ਭੁੱਖ ਦੀ ਮਾਰ ਵਗੀ ਰਹਿੰਦੀ ਹੈ। ਦੁੱਖ ਤੇ ਭੁੱਖ ਦੇ ਵਿੱਚ ਉਹ ਆਪਣਾ ਜੀਵਨ ਬਤੀਤ ਕਰ ਰਹੇ ਹਨ। ਇਹ ਵੀ ਦਾਤ ਤੇਰੀ ਦਾਤਾਰ। ਤੋ ਸਤਿਗੁਰੂ ਕਹਿੰਦੇ ਹਨ ਕਿ ਜੇ ਕਿਸ ਨੂੰ ਦੁੱਖ ਤੇ ਭੁੱਖ ਦੀ ਮਾਰ ਵਗੀ ਹੈ, ਗੁਰੂ ਜੀ ਕਹਿੰਦੇ ਇਹ ਵੀ ਉਹ ਮਾਲਕ ਦੀ ਇੱਕ ਤਰ੍ਹਾਂ ਦੀ ਬਖਸ਼ਿਸ਼ ਹੀ ਹੈ, ਕਿਉਂਕਿ ਦੁੱਖ ਤੇ ਭੁੱਖ ਵਿੱਚ ਕਹਿੰਦੇ ਹਨ ਕਿ ਮਾਲਕ ਬਹੁਤ ਚੇਤੇ ਆਉਂਦਾ ਹੈ। ਇਸ ਕਰਕੇ ਸਤਿਗੁਰੂ ਕਹਿੰਦੇ ਹਨ ਇਹ ਵੀ ਉਹਦੀ ਇੱਕ ਦਾਤ ਹੀ ਸਮਝੋ, ਬਖਸ਼ਿਸ਼ ਹੀ ਸਮਝੋ। ਬੰਦੇ ਖਲਾਸੀ ਪਾਣੈ ਹੋਏ। ਬੰਦੀ ਖਲਾਸੀ, ਬੰਦੀ ਅਤੇ ਬੰਦੀ ਖਲਾਸੀ। ਬੰਦੀ ਤੋਂ ਮਾਇਆ ਦੇ ਮੋਹ ਤੋਂ ਮੁਕਤੀ। ਬੰਦੀ ਖਲਾਸੀ, ਬੰਦੀ ਤੋਂ ਮਾਇਆ ਦੇ ਮੋਹ ਤੋਂ ਜਿਹੜੀ ਖਲਾਸੀ ਹੈ, ਇਹ ਵੀ ਭਾਣਾ ਹੋਏ। ਉਸ ਦੀ ਰਜ਼ਾ ਵਿੱਚ ਤੁਰਿਆ, ਭਾਵ ਉਸ ਦੇ ਬਣਾਏ ਨਿਯਮਾਂ ਅਨੁਸਾਰ ਚੱਲਿਆ ਮੋਹ ਮਾਇਆ ਤੋਂ ਖਲਾਸੀ ਹੁੰਦੀ ਹੈ। ਗੁਰਬਾਣੀ ਦਾ ਉਪਦੇਸ਼ ਸ਼ਰਵਣ ਕਰਨ ਨਾਲ ਉਸ ਦੇ ਨਿਯਮ ਸਮਝ ਵਿੱਚ ਆਉਂਦੇ ਹਨ ਅਤੇ ਇਹਨਾਂ ਨਾਲ ਹੀ ਮੋਹ ਮਾਇਆ ਤੋਂ ਛੁਟਕਾਰਾ ਮਿਲਦਾ ਹੈ। ਹੋਰ ਆਖ ਨਾ ਸਕੈ ਕੋਈ। ਤੋ ਇਸ ਤਰ੍ਹਾਂ ਉਸ ਦੀ ਰਜ਼ਾ ਅਨੁਸਾਰ ਚੱਲਣ ਨਾਲ ਇਹ ਗੱਲ ਬਣਦੀ ਹੈ। ਇਸ ਤੋਂ ਬਿਨਾਂ ਕੋਈ ਹੋਰ ਤਰੀਕਾ ਨਹੀਂ ਹੈ ਮੋਹ ਮਾਇਆ ਤੋਂ ਖਲਾਸੀ ਦਾ। ਜੇ ਕੋ ਖਾਏ ਕੋ ਆਖਣ ਪਾਏ। ਜੇ ਕੋਈ ਮੂਰਖ ਕੋਈ ਹੋਰ ਤਰੀਕਾ ਦੱਸੇ ਵੀ, ਉਹ ਜਾਣੇ ਜੇਤੀਆਂ ਮੂੰਹ ਖਾਏ। ਉਹ ਹੀ ਜਾਣਦਾ ਹੈ ਕਿ ਉਸ ਨੂੰ ਕਿੰਨੀ ਫਿਰ ਬੇਇੱਜ਼ਤੀ ਸਹਾਰਨੀ ਪੈਂਦੀ ਹੈ। ਆਪੇ ਜਾਣੈ ਆਪੇ ਦੇ। ਆਪ ਹੀ ਉਹ ਜਾਣਦਾ ਹੈ ਤੇ ਆਪ ਹੀ ਲੋਕਾਂ ਦੀ ਜਾਣ ਸਮਝ ਕੇ ਉਹ ਆਪ ਹੀ ਲੋਕਾਂ ਨੂੰ ਦੇ ਰਿਹਾ ਹੈ। ਐਸੇ ਲੋਕ ਵੀ ਹਨ ਜਿਹੜੇ ਇਹ ਆਖ ਰਹੇ ਹਨ, ਆਖੇ ਸਿਪੀ ਕੇ। ਤੋ ਇਹੋ ਜਿਹੇ ਲੋਕ ਵੀ ਹਨ ਜੇ ਇਹ ਆਖਦੇ ਹਨ ਕੋਈ ਆਪ ਹੀ ਜੀਵਾਂ ਦੀਆਂ ਲੋੜਾਂ ਜਾਣਦਾ ਹੈ ਤੇ ਆਪ ਹੀ ਉਹ ਜੀਵਾਂ ਨੂੰ ਲੋੜਾਂ ਅਨੁਸਾਰ ਦੇ ਰਿਹਾ ਹੈ।